सतनाम श्री वाहिगुरु साहिब जियो। पूर्ण होए हमारी आशा, तोर भजन की रहे प्यासा। तुम्हें छाड़ कोई अवर ना त्याऊं, जो बर चाहूं सो तुम ते पाऊं। सुखी बसाए मोरो परवारा, सेवक सिख सबै कर तारा। परम सत्कारयोग गुरु स्वरूप गुरु साध संगत जीओ। गुरु निरंकार ਦੀ ਕਿਰਪਾ ਦੇ ਨਾਲ ਜੋ ਪਿਛਲੇ ਅਧਿਆਇ ਦੇ ਵਿੱਚ ਆਪ ਜੀ ਦੀ ਸੇਵਾ ਕਰਕੇ ਹਟੇ ਹਾਂ, ਬਹੁਤ ਗੁਰਮੁਖਾਂ ਵੱਲੋਂ ਪਿਆਰ ਪ੍ਰੇਮ ਮਿਲਿਆ। ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਉਸ ਨਿਰੰਕਾਰ ਸੱਚੇ ਪਾਤਸ਼ਾਹ ਦੇ ਦਰ ਤੇ ਪ੍ਰਵਾਨ ਹੋ ਜਾਈਏ। ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਪਿਛਲਾ ਅਧਿਆਇ ਸੀ ਉਹਦੇ ਵਿੱਚ ਇੱਕ ਬਹੁਤ ਅੱਛਾ ਬਚਨ ਆਇਆ, ਤੇ ਜਦੋਂ ਮੈਂ ਇਕੱਲਾ ਬੈਠਾ ਸੀ ਤੇ ਉਹਦੇ ਬਾਰੇ ਸੋਚਿਆ, ਬਹੁਤ ਸੋਚਿਆ, ਤੇ ਉਸ ਤੋਂ ਹੀ ਹੁਣ ਸ਼ੁਰੂ ਕਰਨ ਲੱਗੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੰਤਲਾ ਸ਼ਬਦ ਸੀ, ਇਹ ਅੰਤਲਾ ਬਚਨ ਸੀ, ਨਾਨਕ ਨਾਮ ਵਸਿਆ ਜਿਸ ਅੰਤਰ। ਕਿਉਂਕਿ ਮਾਝ ਰਾਗ ਦੇ ਵਿੱਚ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਵਡਿਆਈ ਤੇ ਨਾਮ ਜਪਣ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸਾਨੂੰ ਪ੍ਰੇਰਨਾ ਦਿੱਤੀ ਹੈ। ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ, ਪ੍ਰਵਾਨ ਗ੍ਰਸਤ ਉਦਾਸਾ ਜੀਓ। ਤਾਂ ਜਿਨ੍ਹਾਂ ਦੇ ਵੀ ਅੰਦਰ ਨਾਮ ਵਸ ਗਿਆ, ਭਾਵੇਂ ਉਹ ਗ੍ਰਸਤੀ ਨੇ ਭਾਵੇਂ ਉਦਾਸੀ ਸਾਧੂ ਨੇ, ਸਾਰੇ ਉਹਦੇ ਦਰ ਤੇ ਪ੍ਰਵਾਨ ਹਨ। ਅਗਾਹ ਨਿਰੰਕਾਰ ਕੀ ਕਿਰਪਾ ਕਰਦੇ ਹਨ। ਆਓ ਸਰਵਣ ਕਰੋ ਜੀ। ਮਾਝ ਮਹਿਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਫਿਰ ਕਰਦੇ ਨੇ, ਫਿਰ ਨਾਮ ਨੂੰ ਹੀ ਸਿਮਰਨ ਦੀ ਇੱਥੇ ਫਿਰ ਗੱਲ ਕਰਦੇ ਨੇ ਮੇਰੇ ਪ੍ਰੀਤਮ ਜੀ, ਕਿਉਂਕਿ ਇਹ ਨਾਮ ਦੇ ਰਾਹੀਂ ਹੀ ਸਾਨੂੰ ਗੁਰਬਾਣੀ ਦਾ ਗਿਆਨ ਹੁੰਦਾ ਹੈ। ਇਹ ਨਾਮ ਦੇ ਰਾਹੀਂ ਹੀ ਸਾਨੂੰ ਉਹ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਦਾ ਪਤਾ ਲੱਗਦਾ ਹੈ, ਉਹਦੀਆਂ ਦਾਤਾਂ ਦਾ ਪਤਾ ਲੱਗਦਾ ਹੈ, ਉਹਦੇ ਸੱਚੇ ਮਾਰਗ ਦਾ ਗਿਆਨ ਸਾਨੂੰ ਹੁੰਦਾ ਹੈ। ਜਿਸ ਲਈ ਇਹ ਨਾਮ ਦੀ ਮਹਾਰਾਜ ਬਾਰ-ਬਾਰ ਗੱਲ ਕਰਦੇ ਨੇ, ਬਹੁਤ ਵਾਰ ਸਤਿਗੁਰਾਂ ਨੇ ਹਰ ਰੂਪ ਦੇ ਵਿੱਚ ਸਾਨੂੰ ਆਖਿਆ ਹੈ। ਕਿਤੇ ਕਈ ਵਾਰ ਮਹਿੰਗੇ ਬਚਨ ਕਰਕੇ ਵੀ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਕਹਿੰਦੇ ਨੇ ਨਾਮ ਜਪਣ ਲਈ, ਤੇ ਕਿਤੇ ਪ੍ਰੇਮ ਦੇ ਨਾਲ ਸੰਤ ਭਗਤ ਗੁਰਸਿੱਖ ਕਹਿ ਕੇ ਵੀ ਪ੍ਰੇਰਨਾ ਦਿੰਦੇ ਨੇ। ਇੱਥੇ ਵੀ ਮਾਲਕ ਸੱਚੇ ਪਾਤਸ਼ਾਹ ਕਹਿੰਦੇ ਨੇ, ਸਿਮਰਤ ਨਾਮ ਹਿਰਦੇ ਸੁਖ ਪਾਇਆ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਨ੍ਹਾਂ ਪ੍ਰਾਣੀਆਂ ਨੇ ਸਿਮਰਿਆ, ਹਿਰਦੇ ਦੇ ਵਿੱਚ ਟਿਕਾ ਕੇ ਰੱਖਿਆ ਹੋਇਆ ਹੈ, ਉਹ ਸੰਸਾਰ ਦੇ ਉੱਤੇ ਸਾਰੇ ਸੁੱਖ ਪਾਉਂਦੇ ਨੇ। ਕਰ ਕਿਰਪਾ ਭਗਤੀ ਪ੍ਰਗਟਾਇਆ। ਜਿਨ੍ਹਾਂ ਦੇ ਉੱਤੇ ਗੁਰੂ ਨਿਰੰਕਾਰ ਨੇ ਕਿਰਪਾ ਕਰ ਦਿੱਤੀ, ਜਿਹੜੇ ਵਿਰਲੇ ਸੰਸਾਰ ਦੇ ਉੱਤੇ ਜੀਵ ਨੇ, ਉਹਨਾਂ ਨੇ ਭਗਤੀ ਦੇ ਰਸ ਨੂੰ ਪ੍ਰਗਟ ਕਰਕੇ ਉਸ ਰਸ ਦਾ ਆਨੰਦ ਮਾਣਿਆ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀਓ। ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਦੇ ਨਾਲ ਬੈਠ ਕੇ ਜਦੋਂ ਕੋਈ ਵੀ ਜੀਵ ਉਹਨਾਂ ਦੇ ਨਾਲ ਬੈਠ ਕੇ ਪ੍ਰਮਾਤਮਾ ਦੀ ਬੰਦਗੀ, ਪ੍ਰਮਾਤਮਾ ਦੀ ਸਿਫਤ ਸਲਾਹ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਜੁੜਦਾ ਹੈ। ਔਰ ਕਈ ਵਾਰ ਏਦਾਂ ਹੁੰਦੇ ਆ, ਜਿਹੜੇ ਸਾਧੂ ਜਨ ਹੁੰਦੇ, ਜਿਹੜੇ ਪੂਰੇ ਨੇ, ਜਿਹੜੇ ਲੱਭ ਪੈਂਦੇ ਆਪਾਂ ਨੂੰ, ਵੈਸੇ ਨਿਰੰਕਾਰ ਵਾਹਿਗੁਰੂ ਹੀ ਸੰਤ ਨੇ, ਪੂਰੇ ਨੇ, ਜਦੋਂ ਮਿਲ ਜਾਂਦੇ ਨੇ ਅਸੀਂ ਉਹਨਾਂ ਦੇ ਨਾਲ ਸਵਾਲ ਜਵਾਬ ਵੀ ਕਰ ਸਕਦੇ ਹਾਂ, ਕਿਉਂਕਿ ਉਹ ਕਦੀ ਸਾਨੂੰ ਪਤਾ ਹੁੰਦਾ ਉਹਨਾਂ ਨੂੰ ਤਮਾ ਕੋਈ ਨਹੀਂ ਹੈ, ਕਿਸੇ ਤਰ੍ਹਾਂ ਗੁੱਸੇ ਦੇ ਵਿੱਚ ਨਹੀਂ ਆਉਂਦੇ ਹੈ। ਸੋ ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਉਸ ਪਿਆਰੇ ਵਾਹਿਗੁਰੂ ਦੇ ਨਾਲ ਮਿਲ ਕੇ, ਉਸ ਤੋਂ ਗਿਆਨ ਲੈ ਕੇ ਮੈਂ ਪ੍ਰੀਤਮ ਦਾ ਨਾਮ ਜਪਿਆ, ਤਾਂ ਉਹ ਨਾਮ ਜਪਣ ਦੇ ਨਾਲ ਕੀ ਹੋਇਆ, ਮੇਰੇ ਜਿਹੜੇ ਸਾਰੇ ਆਲਸ ਦੇ, ਆਲਸ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਲੇਜ਼ੀਨੈਸ ਨੂੰ, ਚਲੋ ਯਾਰ ਅੱਜ ਦਾ ਕੰਮ ਕੱਲ੍ਹ ਨੂੰ ਕਰ ਲਾਂਗੇ ਜਾਂ ਪਰਸੋਂ ਨੂੰ ਕਰ ਲਓ ਹੋ ਜਾਏਗਾ, ਜਿਹੜਾ ਕਿ ਬਿਲਕੁਲ
ਐਨ ਢੀਠ ਬਣ ਜਾਂਦਾ ਹੈ, ਉਹਨੂੰ ਆਲਸ ਕਹਿੰਦੇ ਨੇ। ਸੋ ਕਹਿੰਦੇ ਇਹ ਜਿਹੜੇ ਢੀਠ ਪੁਣੇ ਦੇ, ਆਲਸ ਦੇ, ਜਾਂ ਜਿਹੜੇ ਸਾਡੇ ਅੰਦਰ ਢਿੱਲ ਮੱਠ ਦੇ ਰੋਗ ਨੇ, ਇਹ ਸਾਰੇ ਖਤਮ ਹੋ ਜਾਂਦੇ ਹਨ। ਜਾ ਕੈ ਗ੍ਰਹਿ ਨਵ ਨਿਧ ਹਰ ਪਾਈ, ਤਿਸ ਮਿਲਿਆ ਜਿਸ ਪੁਰਬ ਕਮਾਈ। ਇਹ ਭਾਈ ਮੇਰੇ ਮਿੱਤਰੋ, ਉਸ ਗੁਰੂ ਨਿਰੰਕਾਰ ਦੇ ਘਰ ਦੇ ਵਿੱਚ 9 ਨਿਧੀਆਂ ਹਨ। ਸਾਰੇ ਪਦਾਰਥਾਂ ਦਾ ਮਾਲਕ ਉਹ ਪ੍ਰੀਤਮ ਉਹ ਹੈ। ਤਿਸ ਮਿਲਿਆ ਜਿਸ ਪੁਰਬ ਕਮਾਈ। ਇਹ ਉਸ ਨੂੰ ਮਿਲਦੇ ਨੇ, ਜਾਂ ਉਸ ਨੂੰ ਇਹਦਾ ਗਿਆਨ ਹੁੰਦਾ ਜਿਹੜਾ ਕਿ ਪੂਰਬਲੇ ਕਰਮ ਪਿੱਛੇ ਕਮਾਈ ਕਰਕੇ ਆਪਣੇ ਲੇਖ ਉੱਚੇ ਸੁੱਚੇ ਲਿਖਾ ਕੇ ਤੇ ਸੰਸਾਰ ਦੇ ਉੱਤੇ ਆਉਂਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, 3 ਲੇਖ ਸਾਡੇ ਸਤਿਗੁਰਾਂ ਨੇ ਲਿਖੇ ਹੋਏ ਨੇ, ਸਾਡੀ ਆਪਣੀ ਮਰਜ਼ੀ ਆ ਕਦੋਂ ਅਸੀਂ ਉਹਨਾਂ ਨੂੰ ਪ੍ਰਗਟ ਕਰੀਏ, ਕਦੋਂ ਉਹਨਾਂ ਨੂੰ ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਲੈ ਕੇ ਆਈਏ। ਇੱਕ ਅਕਾਲ ਪੁਰਖ ਨਾਲ ਮਿਲਣਾ, ਇੱਕ ਸੇਵਾ ਕਰਨੀ, ਇੱਕ ਸਿਮਰਨ ਕਰਨਾ। ਇਹ ਤਿੰਨੇ ਚੀਜ਼ਾਂ ਸਾਡੇ ਉੱਤਮ ਲੇਖ ਵਾਹਿਗੁਰੂ ਨੇ ਲਿਖੇ ਹੋਏ ਨੇ। ਇਹਨਾਂ ਨੂੰ ਜਦੋਂ ਮਰਜ਼ੀ ਅਸੀਂ ਸੁਚੇਤ ਹੋ ਕੇ ਪ੍ਰਗਟ ਕਰ ਸਕਦੇ ਹਾਂ। ਜਦੋਂ ਅਸੀਂ ਸੁਚੇਤ ਹੋ ਕੇ ਪ੍ਰਗਟ ਕਰ ਲਿਆ ਇਹਨਾਂ ਨੂੰ, ਫਿਰ ਕੀ ਹੁੰਦਾ ਹੈ? ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ, ਜਿਹਦੇ ਘਰ ਦੇ ਵਿੱਚ ਹਰ ਖਜ਼ਾਨਾ ਭਰਪੂਰ ਹੈ, ਜਿਸ ਦਾ ਨਾਮ ਨਿਧਾ, 9 ਨਿਧਾ ਉਸਦੀਆਂ ਭਰਪੂਰ ਨੇ, ਸਾਰੇ ਪਦਾਰਥਾਂ ਦਾ ਉਹ ਮਾਲਕ ਹੈ। ਤਿਸ ਮਿਲਿਆ, ਉਸ ਨੂੰ ਮਿਲਦਾ ਜਿਸ ਨੇ ਇਹਨਾਂ ਲੇਖਾਂ ਨੂੰ ਉਜਾਗਰ ਕਰ ਲਿਆ, ਮਾੜੇ ਕਰਮ ਖਤਮ ਕਰਕੇ ਚੰਗੇ ਕਰਮ ਕਰਕੇ ਆਪਣੇ ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਪ੍ਰਗਟ ਕਰ ਲਿਆ, ਮੱਥੇ ਦੇ ਲੇਖਾਂ ਨੂੰ ਪ੍ਰਗਟ ਕਰ ਲਿਆ। ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗਲਾਂ ਜੋਗਾ ਜੀਓ। ਗਿਆਨ ਧਿਆਨ ਪੂਰਨ ਪਰਮੇਸ਼ਰ, ਜਿਹੜਾ ਗਿਆਨ ਦੇ ਵਿੱਚ ਵੀ ਪੂਰਾ ਤੇ ਧਿਆਨ ਦੇ ਵਿੱਚ ਵੀ ਪੂਰਾ ਹੈ, ਉਹ ਪਰਮੇਸ਼ਰ ਵਾਹਿਗੁਰੂ ਸਾਰੀਆਂ ਗੱਲਾਂ ਦੇ ਵਿੱਚ ਪੂਰਾ ਹੈ, ਸਾਰੀਆਂ ਗੱਲਾਂ ਕਰਦੇ ਯੋਗ ਹੈ ਤੇ ਸਮਰੱਥ ਹੈ। ਖਿਨ ਮੈਂ ਥਾਪ ਉਥਾਪਣ ਹਾਰਾ, ਆਪ ਇਕੰਤੀ ਆਪ ਪਸਾਰਾ। ਉਹ ਵਾਹਿਗੁਰੂ ਐਡਾ ਇਸ ਤਰ੍ਹਾਂ ਦਾ ਹੈ, ਇਹਨਾਂ ਨਿਰੰਕਾਰ ਸਮਰੱਥ ਹੈ ਕਿ ਅੱਖ ਸਮ ਚਮਕਣ ਦੇ ਸਮੇਂ ਦੇ ਵਿੱਚ ਉਹ ਸੰਸਾਰ ਨੂੰ ਥਾਪ ਦਿੰਦਾ ਹੈ, ਜੀਵ ਨੂੰ ਸੰਸਾਰ ਤੇ ਭੇਜ ਦਿੰਦਾ ਹੈ, ਤੇ ਆਪ ਹੀ ਜਦੋਂ ਉਹਦਾ ਚਿੱਤ ਕਰਦਾ ਉਸ ਨੂੰ ਇੱਥੋਂ ਲੈ ਕੇ ਚਲੇ ਜਾਂਦਾ ਹੈ। ਉਹੀ ਜਗਤ ਦੀ ਉਤਪਤੀ ਕਰਨ ਵਾਲਾ ਹੈ ਤੇ ਉਹੀ ਪਾਲਣਾ ਪੋਸਣਾ ਕਰਨ ਵਾਲਾ ਹੈ, ਉਹੀ ਇੱਥੋਂ ਲੈ ਕੇ ਜਾਣ ਵਾਲੇ ਵਾਹਿਗੁਰੂ ਆਪ ਹੀ ਹਨ। ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿਠੇ ਲਹਿਣ ਵਿਜੋਗਾ ਜੀਓ। ਲੇਪ, ਲੇਪ ਕਹਿੰਦੇ ਨੇ ਚਿੰਨ। ਉਸ ਨੂੰ, ਉਹ ਵਾਹਿਗੁਰੂ ਨੂੰ ਕਿਸੇ ਵੀ ਚੀਜ਼ ਨੇ ਆਪਣੇ ਅਧੀਨ ਨਹੀਂ ਕੀਤਾ ਹੋਇਆ। ਨਾ ਮਾਇਆ ਦੇ ਗੁਣਾਂ ਨੇ ਉਹਨੂੰ ਅਧੀਨ ਕੀਤਾ, ਨਾ ਕਾਲ ਦੇ ਨੇ ਅਧੀਨ ਕੀਤਾ। ਉਹਨੂੰ ਕਿਸੇ ਤਰ੍ਹਾਂ ਦਾ ਲੇਪ ਨਹੀਂ ਹੈ, ਕਿਸੇ ਤਰ੍ਹਾਂ ਦੀ ਵੀ ਉਹਨੂੰ ਫਿਕਰ ਨਹੀਂ ਹੈ। ਉਹ ਕਿਸੇ ਵੀ ਚੀਜ਼ ਦੇ ਅਧੀਨ ਨਹੀਂ, ਸਭ ਕੁਝ ਉਹਦੇ ਅਧੀਨ ਹੈ। ਦਰਸ਼ਨ ਡਿਠੇ ਲਹਿਣ ਵਿਜੋਗਾ ਜੀਓ। ਇਸ ਤਰ੍ਹਾਂ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਨਾਲ ਹੀ, ਦਰਸ਼ਨ ਕਰਨਾ ਹੁੰਦਾ ਉਹਦੀ ਬੰਦਗੀ ਕਰਨੀ, ਸਾਰੇ ਸੰਸਾਰ ਦੇ ਸਾਰੇ ਸਰੀਰ ਦੇ ਵਿਜੋਗ ਲੈ ਜਾਂਦੇ ਹਨ। ਅੰਚਲ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ। ਉਹ ਵਾਹਿਗੁਰੂ ਕਿਰਪਾਲੂ ਦਿਆਰੂ, ਜਿਸ ਜੀਵ ਨੂੰ ਆਪਣੇ ਅੰਚਲ ਦੇ ਨਾਲ ਲਾ ਲੈਂਦਾ। ਅੰਚਲ ਕਹਿੰਦੇ ਨੇ ਪੱਲੇ ਨੂੰ। ਹੁਣ ਪੱਲਾ ਇੱਥੇ ਜਿਹੜਾ ਹੈ ਉਹ ਵਾਹਿਗੁਰੂ ਦਾ ਨਾਮ ਹੈ। ਨਾਮ ਰੂਪੀ ਪੱਲੇ ਦੇ ਨਾਲ ਜਿਸ ਜੀਵ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਜੋੜ ਲੈਂਦੇ ਨੇ, ਉਹਦੇ ਕੋਲੋਂ ਆਪਣਾ ਨਾਮ ਆਪ ਜਪਾਉਂਦੇ ਨੇ, ਉਹਦੇ ਉੱਤੇ ਕਿਰਪਾ ਕਰਕੇ ਉਸ ਨੂੰ ਇਸ ਨਾਮ ਦੇ ਨਾਲ ਅਤੁੱਟ ਪ੍ਰੇਮ ਪਾ ਦਿੰਦੇ ਹਨ। ਗੁਰ ਬੋਹਿਤ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਓ। ਸੰਸਾਰ ਸਮੁੰਦਰ ਨੂੰ ਪਾਰ ਕਰਨ ਵਾਸਤੇ ਗੁਰੂ ਬੋਹਿਤ, ਬੋਹਿਤ ਕਹਿੰਦੇ ਨੇ ਜਹਾਜ਼ ਨੂੰ, ਕਹਿੰਦੇ ਉਹ ਜਹਾਜ਼ ਕਿਹੜਾ? ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਹੀ ਜਹਾਜ਼ ਹੈ ਆਪਣੇ ਵਾਸਤੇ। ਉਹ ਅਸੀਂ ਪਾਇਆ ਕਿਰਪਾ ਤੇ ਉਹਦੀ ਕਿਰਪਾ ਦੇ ਨਾਲ। ਨਾਨਕ ਧੁਰ ਸੰਜੋਗਾ ਜੀਓ। ਇਹ ਜਿਹੜੇ ਸਾਡੇ ਧੁਰੋਂ ਲਿਖੇ ਹੋਏ ਸੰਜੋਗ ਸੀ, ਉਹਨਾਂ ਦੀ ਕਿਰਪਾ ਦੇ ਨਾਲ ਸਾਨੂੰ ਇਹ ਗਿਆਨ ਹੋ ਗਿਆ। ਮਾਝ ਮਹਿਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੈ ਰੱਖੈ ਸਾ ਭਲੀ ਜਾਏ। ਜੀਵ ਅਰਦਾਸ ਕਰਦਾ ਨਿਰੰਕਾਰ ਵਾਹਿਗੁਰੂ ਨੂੰ ਉਹਦੇ ਚਰਨਾਂ ਜਾਣ ਕੇ ਵੀ ਸੋਈ ਕਰਨਾ,
हे ਅਕਾਲ ਪੁਰਖ ਨਿਰੰਕਾਰ, ਮੈਂ ਜੋ ਕਾਰਜ ਸੰਸਾਰ ਤੇ ਕਰ ਰਿਹਾ ਉਹ ਆਪ ਹੀ ਕਰਾਉਣ ਵਾਲੇ ਹੋ। ਆਪ ਜੀ ਦਾ ਹੀ ਹੁਕਮ ਹੈ। ਜਿੱਥੇ ਰੱਖੇ ਸਭ ਭਲੀ ਜਾਏ। ਜਿੱਥੇ ਵੀ ਜਗ੍ਹਾ ਦੇ ਉੱਤੇ ਤੁਸੀਂ ਸਤਿਗੁਰੂ ਜੀ ਸਾਨੂੰ ਰੱਖੋਗੇ, ਚਾਹੇ ਕਿਸੇ ਰੂਪ ਦੇ ਵਿੱਚ ਵੀ ਰੱਖੋਗੇ, ਸਾਨੂੰ ਉਹ ਸਵੀਕਾਰ ਹੈ, ਉਹ ਸਵੀਕਾਰ ਹੈ ਵਾਹਿਗੁਰੂ ਜੀਓ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਓ। ਜਿਸ ਨੇ ਹਰ ਜਗ੍ਹਾ ਦੇ ਉੱਤੇ ਵਾਹਿਗੁਰੂ ਨਿਰੰਕਾਰ ਨੂੰ ਪਹਿਚਾਣ ਲਿਆ, ਸਾਰੀ ਜਗ੍ਹਾ ਹੀ ਉਸ ਦੇ ਵਾਸਤੇ ਚੰਗੀ ਬਣ ਗਈ, ਉਹ ਫਿਰ ਸਿਆਣਾ ਹੁੰਦਾ ਭਾਈ। ਉਹ ਮਨੁੱਖ ਇਹਦੇ ਸੰਸਾਰ ਤੇ ਸਿਆਣਾ ਅਖਾਉਣ ਦੇ ਲਾਇਕ ਬਣ ਜਾਂਦਾ। ਉਹੀ ਪਤਵੰਤਾ ਹੁੰਦਾ। ਪਤਵੰਤ ਕਹਿੰਦੇ ਨੇ ਉੱਚੀ ਇੱਜ਼ਤ ਵਾਲਾ, ਮਾਣ ਵਾਲਾ ਹੈ। ਉਹ ਕੌਣ? ਜੋ ਹੁਕਮ ਲੱਗੇ ਜਿਸ ਮੀਠਾ ਜਾ, ਜਿਹਨੂੰ ਨਿਰੰਕਾਰ ਵਾਹਿਗੁਰੂ ਦਾ ਭਾਣਾ, ਹੁਕਮ, ਰਜ਼ਾ, ਉਸ ਦੀ ਮਰਿਆਦਾ ਮਿੱਠੀ ਲੱਗਣੀ ਸ਼ੁਰੂ ਲੱਗ ਪਈ, ਪਿਆਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸਭ ਪਰੋਈ ਇਕਤ ਤਾਗੈ, ਜਿਸ ਲਾਏ ਲਏ ਸੋ ਚਰਣੀ ਲਾਗੈ। ਵਾਹਿਗੁਰੂ ਨੇ ਆਪਣੇ ਹੁਕਮ ਦੇ ਵਿੱਚ ਸਾਰਾ ਸੰਸਾਰ ਹੀ ਪਰੋਇਆ ਹੋਇਆ ਹੈ ਪ੍ਰਮਾਤਮਾ ਨੇ। ਪਰ ਜਿਸ ਨੂੰ ਆਪਣੀ ਬੰਦਗੀ ਦੇ ਵਿੱਚ ਲਾਉਣਾ, ਨਿਰੰਕਾਰ ਸੱਚੇ ਪਾਤਸ਼ਾਹ ਜੀ ਚੁਣ ਕੇ ਉਸ ਨੂੰ ਲਾ ਹੀ ਲੈਂਦੇ ਹਨ। ਊਂਦ ਕਮਲ ਜਿਸ ਹੋਏ ਪਰਗਾਸਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਊਂਦ ਕਮਲ ਕਹਿੰਦੇ ਨੇ, ਕਮਲ ਦਾ ਫੁੱਲ ਜਿਹੜਾ ਕਿ ਨਾਭੀ ਦੇ ਥੱਲੇ ਆ ਗੁਰਮੁਖ ਪਿਆਰੋ, ਇਹ ਮੂਧਾ ਹੈ। ਇਸ ਤਰ੍ਹਾਂ ਹੈ। ਆਪਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾਮ ਜਪ ਕੇ ਜਦੋਂ ਵਿਧੀਆਂ ਰਾਹੀਂ ਤੁਸੀਂ ਸਿਮਰਨ ਕਰੋਗੇ, 9 ਨਿਧੀਆਂ ਦੀ, 9 ਭਗਤੀਆਂ ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ, ਇਸ ਕਮਲ ਨੇ ਸਿੱਧਾ ਹੋ ਜਾਣਾ। ਜਦੋਂ ਇਹ ਸਿੱਧਾ ਹੁੰਦਾ ਫਿਰ 10ਵੇਂ ਦੁਆਰ ਜਿਹੜਾ ਤੁਹਾਡਾ ਉੱਥੋਂ ਅੰਮ੍ਰਿਤ ਚੋਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ। ਔਰ ਇਹ ਜਿਹੜਾ ਕਮਲ ਦਾ ਫੁੱਲ ਹੈ ਠੂਠਾ ਬਣ ਜਾਂਦਾ, ਸਾਡਾ ਭਾਂਡਾ ਬਣ ਜਾਂਦਾ ਹੈ। ਇਹਦੇ ਵਿੱਚ ਵੀ ਅੰਮ੍ਰਿਤ ਉਹ ਚੋਂਦਾ ਰਹਿੰਦਾ। ਫਿਰ ਇਹ ਜਿਹੜਾ ਮਨ ਹੈ, ਜਿਹੜਾ ਸ਼ਬਦ ਦੇ ਰਾਹੀਂ ਇੱਕ ਟਿਕਾ ਦੇ ਵਿੱਚ ਆ ਗਿਆ, ਭਟਕਣਾ ਜਿਹਦੀ ਖਤਮ ਹੋ ਗਈ, ਉਹ ਫਿਰ ਇਸ ਅੰਮ੍ਰਿਤ ਨੂੰ ਸਦਾ ਚੱਖਦਾ। ਉਹ ਚੱਖ ਕੇ ਇੰਨਾ ਉਹ ਇਸ ਦੇ ਨਾਲ ਉਹਦਾ ਪ੍ਰੇਮ ਪੈ ਜਾਂਦਾ ਕਿ ਵਾਕਈ ਸਾਰਾ ਕੁਝ ਉਸ ਨੂੰ ਭੁੱਲ ਜਾਂਦਾ ਹੈ। ਉਹ ਇੱਕ ਟਿਕਾ ਦੇ ਵਿੱਚ ਆ ਜਾਂਦਾ। ਤੇ ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਊਂਦ ਕਮਲ ਜਿਸ ਹੋਏ ਪ੍ਰਗਾਸਾ, ਜਿਹਦਾ ਇਹ ਜਿਹੜਾ ਕਮਲ ਦਾ ਫੁੱਲ ਮੂਧਾ ਹੈ ਉਹ ਸਿੱਧਾ ਹੋ ਗਿਆ, ਤਿਨ ਸਰਬ ਨਿਰੰਜਨ ਡੀਠਾ ਜੀ। ਉਸ ਨੇ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਹਰ ਇੱਕ ਚੀਜ਼ ਦੇ ਵਿੱਚ ਉਸ ਦੇ ਦਰਸ਼ਨ ਕੀਤੇ। ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੈ। ਵਾਹਿਗੁਰੂ ਜੀ, ਅਸੀਂ ਤੇਰੀ ਮਹਿਮਾ ਕੀ ਕਰ ਸਕਦੇ ਹਾਂ, ਅਸੀਂ ਤੇਰੀ ਵਡਿਆਈ ਕੀ ਕਰ ਸਕਦੇ ਹਾਂ। ਆਹ ਜਿਹੜਾ ਚਮਦਾ ਸਰੀਰ ਹੈ, ਮਾਲਕ ਸੱਚੇ ਪਾਤਸ਼ਾਹ ਜੀ ਕੁਝ ਨਹੀਂ ਕਰ ਸਕਦਾ। ਇਹ ਤਾਂ ਤੁਹਾਡੀ ਰਜ਼ਾ, ਤੁਹਾਡਾ ਹੁਕਮ, ਤੁਹਾਡਾ ਨਾਂ, ਤੁਹਾਡੀ ਕਿਰਪਾ ਦੇ ਨਾਲ ਜੋ ਜੋਤ ਸਰੂਪੀ ਆਤਮਾ ਆਪ ਜੀ ਦੇ ਅੰਦਰ, ਉਹਦੇ ਕਰਕੇ ਇਹ ਤੁਰਿਆ ਫਿਰਦਾ। ਜਿੱਦਣ ਉਸ ਨੇ ਵੀ ਸਾਡੇ ਕੋਲੋਂ ਸਾਡਾ ਸਾਥ ਛੱਡ ਦੇਣਾ, ਇਹਨੂੰ ਕੋਈ ਨਹੀਂ ਪੁੱਛਣਾ ਕਿਸੇ ਨੇ ਵੀ। ਸੋ ਇਸ ਕਰਕੇ ਅਕਾਲ ਪੁਰਖ ਨਿਰੰਕਾਰ ਆਪਣੀ ਮਹਿਮਾ ਤੁਸੀਂ ਆਪ ਹੀ ਜਾਣਦੇ ਹੋ, ਆਪਣੀ ਵਡਿਆਈ ਨੂੰ ਤੁਸੀਂ ਆਪ ਹੀ ਜਾਣਦੇ ਹੋ। ਆਪਣਾ ਆਪ ਨੂੰ ਆਪ ਪਛਾਣੇ ਹੈ ਵਾਹਿਗੁਰੂ ਜੀ। ਆਪਣੇ ਆਪ ਨੂੰ ਤੁਸੀਂ ਹੀ ਜਾਣਦੇ ਹੋ, ਕਿੰਨੇ ਉੱਚੇ ਹੋ, ਕਿੰਨੇ ਸੁੱਚੇ ਹੋ। ਪਰ ਸਾਡੇ ਵਾਸਤੇ ਤੁਸੀਂ ਬੇਅੰਤ ਤੇ ਅਪਰੰਪਰ ਹੋ। ਹਉ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਮੈਂ ਉਹ ਤੇਰੇ ਪਿਆਰਿਆਂ ਦੇ ਉੱਤੋਂ ਕੁਰਬਾਨ ਜਾਵਾਂ ਨਿਰੰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਜਿਹੜੇ ਦੇ ਉੱਤੇ ਤੇਰੀ ਕਿਰਪਾ ਹੋ ਗਈ, ਤੇਰੇ ਪਿਆਰੇ ਬਣ ਗਏ, ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਪੀਠਾ ਦਾ ਮਤਲਬ ਹੁੰਦਾ ਪੀ ਦੇਣਾ, ਖਤਮ ਕਰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਪੀ ਕੇ ਖਤਮ ਕਰ ਦਿੱਤਾ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰ ਹੈ ਕਲਮਲ। ਤੁਸੀਂ ਨਿਰਵੈਰ ਹੋ, ਤੁਹਾਡਾ ਕਿਸੇ ਦੇ ਨਾਲ ਵੈਰ ਨਹੀਂ ਵਾਹਿਗੁਰੂ ਜੀ। ਤੇ ਸੰਤ ਵੀ ਜਿਹੜੇ ਤੇਰੇ ਪਿਆਰੇ ਨੇ, ਜਿਨ੍ਹਾਂ ਤੇ ਤੇਰੀ ਰਹਿਮਤ ਹੈ, ਉਹ ਵੀ ਨਿਰਮਲ ਨੇ। ਉਹਨਾਂ ਦਾ ਸੁਭਾਅ ਵੀ ਤੁਹਾਡੇ ਵਰਗਾ ਹੀ ਬਣ ਜਾਂਦਾ। ਉਹ ਵੀ ਮੈਲ ਤੋਂ, ਹਰ ਵਿਕਾਰ ਤੋਂ ਰਹਿਤ ਹਨ। ਜਿਨ ਦੇਖੇ ਸਭ ਉਤਰੇ ਕਲਮਲ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੇ ਵੀ ਸਾਰੇ ਪਾਪ ਲੈ ਜਾਂਦੇ ਹਨ। ਨਾਨਕ ਨਾਮ ਧਿਆਏ ਜੀਵੈ, ਬਿਨਸਿਆ ਪਰਮ ਪਉ ਤੀਠਾ ਜੀਓ। ਨਿਰੰਕਾਰ ਜੀ ਕਹਿੰਦੇ ਨੇ ਕਿ ਮੈਂ ਨਾਮ ਧਿਆ ਕੇ ਜੀਵ ਰਹਾ, ਤੁਹਾਡੀ ਵਡਿਆਈ ਕਰਕੇ ਜੀਵਨ ਜੀਂਦਾ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀਓ, ਬਿਨਸਿਆ ਪਰਮ ਪਉ ਦੀਠਾ ਜੀਓ। ਮੇਰੇ ਅੰਦਰੋਂ ਜਿਹੜੇ ਭਰਮ ਸਨ, ਮੇਰੇ ਅੰਦਰ ਜਿਹੜੇ ਕਠੋਰਪੁਣਾ ਸੀ, ਕਠੋਰ ਸੁਭਾਅ ਸੀ ਮੇਰਾ, ਦੀਠਾ ਕਠੋਰ ਸੁਭਾਅ ਨੂੰ ਕਹਿੰਦੇ ਹਨ। ਜਿਹੜੇ ਡਰ ਮੇਰੇ ਅੰਦਰ ਸਨ,
ਉਹ ਆਪ ਜੀ ਦੀ ਕਿਰਪਾ ਦੇ ਨਾਲ ਸਾਰੇ ਦੂਰ ਹੋ ਗਏ ਹਨ। ਮਾਜ ਮਹੱਲਾ ਪੰਜਵਾਂ। ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨ ਲਾਗੈ। ਹੁਣ ਦੇਖੋ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਹੜੇ ਰੂਪ ਚ ਕਿਰਪਾ ਕਰਦੇ ਨੇ। ਹੁਣ ਆਉਣ ਲੱਗੇ ਨੇ, ਥੋੜਾ ਜਿਹਾ ਸਾਨੂੰ ਕਠਿਆਈ ਦੇ ਵਿੱਚ ਸਮਝਾਉਣ ਲੱਗੇ ਨੇ, ਥੋੜਾ ਜਿਹਾ ਮਹਿੰਗਾ ਸਮਝਾਉਣ ਲੱਗੇ ਨੇ, ਕੋਈ ਤਾੜ ਨਾ ਕਰਕੇ। ਕਹਿੰਦੇ ਦੇਖ ਜੀਵ, ਜਦੋਂ ਤਾਂ ਅਸੀਂ ਗੁਰੂ ਘਰ ਦੇ ਵਿੱਚ ਪਾਈ ਜਾਂਦੇ ਆ, ਗੁਰੂ ਨਿਰੰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜੇ ਪ੍ਰਤੱਖ ਗੁਰਾਂ ਦੀ ਦੇਹ ਹੈ, ਉਸ ਦੇ ਸਾਹਮਣੇ ਜਦੋਂ ਅਸੀਂ ਖੜਦੇ ਜਾ ਕੇ, ਚਾਹੇ ਅਸੀਂ ਰਹਿਤ ਦੇ ਵਿੱਚ ਹੈ, ਚਾਹੇ ਨਹੀਂ ਰਹਿਤ, ਚਾਹੇ ਅਸੀਂ ਗੁਰਮੁਖ ਹਾਂ ਜਾਂ ਮਨਮੁਖ ਹਾਂ, ਜਦੋਂ ਮੰਗਣਾ ਹੁੰਦਾ ਨਾ ਕਿਸੇ ਵੀ ਚੀਜ਼ ਨੂੰ, ਅਸੀਂ ਇਹਦੇ ਕੋਲ ਹੀ ਆਉਂਦੇ ਹਾਂ, ਵਾਹਿਗੁਰੂ ਦੇ ਕੋਲ ਆਉਂਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਹਨੂੰ ਸੰਸਾਰ ਦੇ ਉੱਤੇ ਮੰਗਣਾ ਦੋ ਤਰ੍ਹਾਂ ਦਾ ਹੁੰਦਾ। ਇੱਕ ਤਾਂ ਲੋਕ ਉਹ ਚੀਜ਼ਾਂ ਮੰਗਦੇ ਨੇ ਜਿਹੜੀਆਂ ਕਿ ਭਾਵੇਂ ਮੰਗਦੇ ਗੁਰੂ ਕੋਲੋਂ ਹੀ ਆਣ ਕੇ ਨੇ, ਪਰ ਲੈ ਕੇ ਮਾਇਆ ਦੀਆਂ ਵਸਤੂਆਂ ਜਿਹੜੀਆਂ ਨੇ ਉਹ ਗੁਰੂ ਤੋਂ ਕੋਲੋਂ ਦੂਰ ਲੈ ਕੇ ਜਾਂਦੀਆਂ ਨੇ, ਪਰ ਉਹ ਮੰਗਦੇ ਗੁਰੂ ਦੇ ਕੋਲੋਂ ਹੀ ਆਣ ਕੇ ਨੇ। ਕੋਈ ਆਣ ਕੇ ਇੱਥੇ ਧੀ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਮਾਇਆ ਮੰਗਦਾ, ਦੁੱਧ ਮੰਗਦਾ, ਕੋਈ ਵੱਡੀ ਕਾਰ ਮੰਗਦਾ, ਕੋਈ ਵੱਡਾ ਘਰ ਮੰਗਦਾ, ਪਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਸਾਡੇ ਨਾਲ ਨਹੀਂ, ਇਹ ਮਿੱਥ ਨੇ। ਪਰ ਮੰਗਦੇ ਅਸੀਂ ਗੁਰੂ ਦੇ ਕੋਲੋਂ ਹਾਂ। ਤੇ ਕੋਈ ਵਿਰਲਾ ਹੈ ਉਹ ਆਣ ਕੇ ਸਤਿਗੁਰੂ ਕੋਲੋਂ ਬੰਦਗੀ ਮੰਗਦਾ ਤੇ ਸੇਵਾ ਮੰਗਦਾ। ਉਹ ਆਣ ਕੇ ਸਤਿਗੁਰੂ ਦੇ ਮੂਹਰੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਵੀ ਹੇ ਨਿਰੰਕਾਰ ਵਾਹਿਗੁਰੂ, ਮੈਨੂੰ ਆਪਣਾ ਬਣਾ ਲਾ, ਮੇਰੇ ਅੰਦਰੋਂ ਸਾਰੇ ਵਿਕਾਰਾਂ ਨੂੰ ਖਤਮ ਕਰ ਲਾ। ਪਰ ਜਿਹੜਾ ਇਹ ਅਸੀਂ ਝੂਠਾ ਮੰਗਦੇ ਹਾਂ, ਗੁਰੂ ਮਹਾਰਾਜ ਨਿਰੰਕਾਰ ਕਹਿੰਦੇ ਨੇ ਵੀ ਉਹ ਜਿਹੜੇ ਸੰਸਾਰਕ ਪਦਾਰਥ ਪਰਮਾਤਮਾ ਤੋਂ ਦੂਰ ਲੈ ਕੇ ਜਾਣ ਵਾਲੇ ਅਸੀਂ ਜਦੋਂ ਮੰਗਦੇ ਹਾਂ, ਮਹਾਰਾਜ ਕਹਿੰਦੇ ਨੇ ਵੀ ਇਹ ਝੂਠੇ ਪਦਾਰਥਾਂ ਦੇ ਮੰਗਣ ਵਾਲਾ ਮਨੁੱਖ ਜਿਹੜਾ ਨਾ, ਉਹ ਸਮਝ ਲਓ ਕਿ ਉਹ ਆਤਮਾ ਦੇ ਵਿੱਚੋਂ ਉਹਦੀ ਆਤਮਾ ਇੱਕਦਮ ਹੀ ਮਰ ਜਾਂਦੀ ਹੈ, ਉਹਨੂੰ ਬਹੁਤਾ ਸਮਾਂ ਨਹੀਂ ਲੱਗਦਾ। ਪਾਰ ਬ੍ਰਹਮ ਜੋ ਸਦ ਹੀ ਸੇਵੈ, ਸੋ ਗੁਰ ਮਿਲ ਨਿਹਚਲ ਕਹਿਣਾ। ਹੁਣ ਇੱਥੇ ਇੱਕ ਹੋਰ, ਗੁਰੂ ਦੇ ਚਰਨਾਂ ਦੇ ਵਿੱਚ ਦੋ ਅਰਦਾਸਾਂ ਕਦੀ ਵੀ ਪ੍ਰਵਾਨ ਨਹੀਂ ਹੋਈਆਂ ਤੇ ਨਾ ਹੀ ਕਦੀ ਹੋਣੀਆਂ। ਕਿਸੇ ਦੇ ਮਾੜੇ ਵਾਸਤੇ ਤੁਸੀਂ ਆਣ ਕੇ ਅਰਦਾਸ ਕਰੋਗੇ ਨਾ ਵੀ ਮਹਾਰਾਜ ਵੀ ਫਲਾਣੇ ਦੀ ਮੱਝ ਮਰ ਜੇ, ਫਲਾਣੇ ਦੇ ਨਾਲ ਆਹ ਹੋ ਜੇ, ਕਦੀ ਪ੍ਰਵਾਨ ਨਹੀਂ ਹੋਣਾ। ਤੇ ਨਾ ਹੀ ਇੱਥੇ ਹੰਕਾਰ ਦੀ ਅਰਦਾਸ, ਹਉਮੈ ਦੀ ਅਰਦਾਸ ਕਬੂਲ ਹੋਣੀ, ਹੱਟ ਵਾਲੀ ਅਰਦਾਸ ਨਹੀਂ ਕਬੂਲ ਹੋਣੀ। ਇੱਥੇ ਤਾਂ ਅਰਦਾਸ ਉਹੀ ਕਬੂਲ ਹੋਣੀ ਆ ਭਾਈ ਜਿਹੜੀ ਅਰਦਾਸ ਜਨ ਬਣ ਕੇ ਕੀਤੀ ਜਾਂਦੀ ਹੈ, ਤਨ ਮਨ ਇਕਾਗਰ ਕਰਕੇ ਕੀਤੀ ਜਾਂਦੀ ਹੈ। ਕਿਹਦੇ ਮੋਹਰੇ ਆਪਾਂ ਅਰਦਾਸ ਕਰਦੇ ਹਨ ਕਿ ਪਾਰ ਬ੍ਰਹਮ ਜੋ ਸਾਦੀ ਸੇਵਾ, ਔਰ ਉਹਦੇ ਮੋਹਰੇ ਅਰਦਾਸ ਕਰਦੇ ਹਾਂ ਨਿਰੰਕਾਰ ਜਿਹੜਾ ਸਦਾ ਜੀਵਨ ਵਾਲਾ ਹੈ। ਉਹ ਸਤਿਗੁਰ ਤੋਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਪਾਰ ਬ੍ਰਹਮ ਹੋ। ਪਾਰ ਬ੍ਰਹਮ ਦਾ ਮਤਲਬ ਤੁਸੀਂ ਸੰਸਾਰ ਦੇ ਮਾਲਕ ਹੋ। ਸੋ ਸਦ ਹੀ ਸੇਵਾ, ਉਹੀ ਜੀਵ ਤੇਰੀ ਸਦਾ ਸੇਵਾ ਕਰਦਾ ਹੈ ਜਿਹਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ। ਸੋ ਗੁਰਮਿਲ ਨਿਹਚਲ ਕਹਿਣਾ ਜੀਓ, ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ, ਬੰਦਗੀ ਕਰਕੇ, ਆਰਾਧ ਕੇ ਉਹ ਨਿਹਚਲ ਅਟਲ ਹੋ ਜਾਂਦਾ, ਅਸਹਿਜ ਅਵਸਥਾ ਮਿਲ ਜਾਂਦੀ ਉਸ ਨੂੰ। ਉਸ ਦਾ ਉਹ ਅਚਲ, ਉਸ ਨੂੰ ਨਿਹਚਲ, ਉਸ ਨੂੰ ਅਟਲ ਕਹਿਣਾ ਚਾਹੀਦਾ ਹੈ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੇ ਅਨ ਦਿਨ ਨਿਤ ਜਾਗੀ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਭਗਤੀ ਜਾਗ ਪਈ, ਉਹ ਚਿਰਾਗ ਜਗ ਪਿਆ, ਉਸ ਗਿਆਨ ਦੀ ਰੋਸ਼ਨੀ ਹੋ ਗਈ, ਉਹ ਗੁਣ ਗਾਉਂਦਾ ਫਿਰ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਵਡਿਆਈ ਦਿਨ ਰਾਤ ਕਰਦਾ ਹੈ, ਜਾਗਦਾ ਹੈ ਪ੍ਰੇਮ ਦੇ ਵਿੱਚ ਜਾਗ ਕੇ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਜਿਹੜੇ ਹੁੰਦੇ ਥੋੜਾ ਖਾਂਦੇ ਫਿਰ ਥੋੜਾ ਸੌਂਦੇ ਨੇ। ਉਹ ਵਾਹਿਗੁਰੂ ਦੇ ਗੁਣ ਗਾਉਣ ਦਾ ਹੀ ਸਮਾਂ ਵੱਧ ਤੋਂ ਵੱਧ ਕੱਢਦੇ ਹਨ। ਬਾਹਾਂ ਪਕੜ ਤਿਸ ਸੁਆਮੀ ਮੇਲਾ, ਜਿਸ ਕੈ ਮਸਤਕ ਲਹਿਣਾ। ਜਿਹਨਾਂ ਦੇ ਮੱਥੇ ਦੇ ਲੇਖ ਜਿਹੜੇ ਪੂਰਬਲੇ ਕਰਮਾਂ ਦੇ ਲੇਖ ਕਰਮ ਹੁੰਦੇ ਨੇ, ਉਹ ਜਦੋਂ ਉਜਾਗਰ ਹੋ ਜਾਂਦੇ ਨੇ, ਉਹ ਫਿਰ ਐਸੇ ਕੰਮ ਕਰਦੇ ਨੇ ਜਿਹੜੇ ਸਤਿਗੁਰੂ ਨੂੰ ਪ੍ਰਵਾਨ ਹੁੰਦੇ ਨੇ। ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬਾਹ ਪਕੜ ਕੇ ਆਪਣੇ ਨਾਲ ਹੀ ਉਸ ਜੀਵ ਨੂੰ ਮਿਲਾ ਲੈਂਦੇ ਹਨ। ਚਰਨ ਕਮਲ ਭਗਤਾਂ ਮਨ ਉਠੇ, ਵਿਣ ਪਰਮੇਸ਼ਰ ਸਗਲੇ ਮੁਠੇ। ਚਰਨ ਕਮਲ ਨਿਰੰਕਾਰ ਦਾ ਨਾਮ, ਨਿਰੰਕਾਰ ਦਾ ਸ਼ਬਦ, ਨਿਰੰਕਾਰ ਦੀ ਸੇਵਾ, ਭਗਤਾਂ ਮਨ ਉਠੇ। ਭਗਤਾਂ ਦੇ ਜਿਹੜੇ ਮਨ ਨੇ, ਭਗਤਾਂ ਦੇ ਅੰਦਰ ਅੰਤਰ ਧਿਆਨ ਉਹ ਰੱਖ ਉਹਨਾਂ ਨੂੰ ਟਿਕਾ ਕੇ ਬੈਠੇ ਨੇ।
ਬਿਨ ਪਰਮੇਸ਼ਰ ਸਗਲੇ ਮੁਠੇ। ਜਿਹੜੇ ਵਾਹਿਗੁਰੂ ਦਾ ਸਿਮਰਨ ਤੋਂ ਬਗੈਰ ਸੰਸਾਰ ਤੇ ਤੁਰੇ ਫਿਰਦੇ ਨੇ, ਉਹ ਸਾਰੇ ਮਾਇਆ ਨੇ ਠਗੇ ਹੋਏ ਹਨ। ਸੰਤ ਜਨਾ ਕੀ ਧੂੜ ਨਿਤ ਬਾਂਛੈ, ਨਾਮ ਸੱਚੇ ਕਾ ਗਹਿਣਾ। ਸਾਡੀ ਅਰਦਾਸ ਹੈ ਗੁਰੂ ਨਿਰੰਕਾਰ ਆਪ ਜੀ ਦੇ ਚਰਨਾਂ ਦੇ ਵਿੱਚ ਵੀ ਐਸੇ ਜਿਹੜੇ ਤੁਰੇ ਬਖਸ਼ੇ ਹੋਏ ਨੇ ਤੇ ਜਿਹੜੇ ਵਿਰਲੇ ਸਾਧੂ ਸੰਤ ਨੇ, ਉਹਨਾਂ ਦੀ ਧੂੜ ਮੈਨੂੰ ਬਖਸ਼ਿਸ਼ ਕਰ। ਨਿਤ ਬਾਛੇ। ਧੂੜ ਕੀ ਹੁੰਦੀ ਆ? ਧੂੜ ਹੁੰਦੀ ਉਹਨਾਂ ਦੀ ਸੰਗਤ। ਵਾਹਿਗੁਰੂ ਜੀ ਮੈਨੂੰ ਉਹਨਾਂ ਦੀ ਸੰਗਤ ਸਦਾ ਬਖਸ਼। ਨਾਮ ਸੱਚੇ ਕਾ ਗਹਿਣਾ, ਜਿਨ੍ਹਾਂ ਦਾ ਸੱਚਾ ਗਹਿਣਾ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਮ ਦੇ ਸ਼ਿੰਗਾਰ ਦੇ ਵਿੱਚ, ਨਾਮ ਦੇ ਵਿੱਚ ਰੰਗੇ ਹੋਏ ਹਨ, ਤੇ ਜਿਨ੍ਹਾਂ ਨੇ ਨਾਮ ਦਾ ਆਸਰਾ, ਨਾਮ ਨੂੰ ਆਸਰਾ ਬਣਾਇਆ ਹੋਇਆ ਹੈ। ਉਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨਿਹਚਲ ਪਾਈਐ। ਜਿਹੜਾ ਇਸ ਤਰ੍ਹਾਂ ਦਾ ਪ੍ਰਮਾਤਮਾ ਹੈ, ਸਦਾ ਸਾਡੀ ਪ੍ਰਤਪਾਲਣਾ ਕਰਦਾ, ਸਦਾ ਸਾਨੂੰ ਦਾਤਾਂ ਦਿੰਦਾ, ਸਾਨੂੰ ਸਦਾ ਹਰ ਵੇਲੇ ਵਾਹਿਗੁਰੂ ਜੀਓ ਸਾਡੀ ਬਾਂਹ ਫੜ ਕੇ ਰੱਖਦਾ ਹੈ, ਉਸ ਨੂੰ ਅਸੀਂ ਉੱਠਦਿਆਂ ਬਹਿੰਦਿਆਂ ਹਰ ਵੇਲੇ ਉਹਦਾ ਸ਼ੁਕਰਾਨਾ ਕਰੀਏ ਭਾਈ। ਜਿਸ ਸਿਮਰਤ ਵਰ ਨਾ ਚਲ ਪਾਈਏ, ਜਿਹਦੀ ਕਿਰਪਾ ਦੇ ਨਾਲ ਸਾਨੂੰ ਉਹ ਵਰ ਪ੍ਰਾਪਤ ਹੋ ਜਾਂਦਾ ਜਿਹੜਾ ਅਚਲ ਹੈ। ਅਚਲ ਤੋਂ ਮਤਲਬ ਹੁੰਦਾ ਫਿਰ ਸਾਡੇ ਅੰਦਰ ਜਿਹੜੇ ਭਰਮ ਨੇ ਜਾਂ ਸਾਡੇ ਅੰਦਰ ਦੁਚਿੱਤੀ ਹੁੰਦੀ, ਉਹ ਖਤਮ ਹੋ ਜਾਂਦੀ ਹੈ। ਨਾਨਕ ਕੋ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਕੋ ਸਰਗੁਣ ਸਰੂਪ ਦੇ ਵਿੱਚ ਕਹਿੰਦੇ ਪ੍ਰਭ ਹੋਏ ਦਿਆਲਾ। ਉਹ ਪ੍ਰਭੂ ਮੇਰੇ ਉੱਤੇ ਬਹੁਤ ਦਿਆਲੂ ਹੋਇਆ, ਬਹੁਤ ਕਿਰਪਾਲੂ ਹੋਇਆ, ਤੇਰਾ ਕੀਤਾ ਸਹਿਣਾ। ਮਾਲਕ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋ ਤੁਸੀਂ ਕਰ ਰਹੇ ਹੋ, ਜੋ ਆਪ ਜੀ ਦਾ ਹੁਕਮ ਹੈ, ਮੈਂ ਖੜੇ ਮੱਥੇ ਉਸ ਨੂੰ ਸਹਾਰਦਾ ਰਹਾ। ਰਾਗ ਮਾਜ ਅਸ਼ਟਪਦੀਆਂ ਮਹਿਲਾ ਪਹਿਲਾ, ਕਰ ਪਹਿਲਾ ਇਕ ਓੰਕਾਰ, ਸਤਿਗੁਰ ਪ੍ਰਸਾਦ। ਹੁਣ ਸੰਸਾਰ ਦੇ ਪ੍ਰਤਪਾਲਕ ਨਿਰੰਕਾਰ ਵਾਹਿਗੁਰੂ ਧੰਨ 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 ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ ਲੱਗੇ ਨੇ। ਇਸ ਰਾਗ ਮਾਝ ਦੇ ਵਿੱਚ ਨਿਰੰਕਾਰ ਅੰਮ੍ਰਿਤ ਦੀ ਵਰਖਾ ਕਰਨ ਲੱਗੇ ਨੇ। ਛੋਟਾ ਮੰਗਲ ਲਾਇਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਉਹਦੀ ਰਹਿਮਤ ਦੇ ਨਾਲ, ਉਹਦੀ ਕਿਰਪਾ ਦੇ ਨਾਲ ਮੱਥੇ ਦੇ ਉੱਤੇ ਅਸੀਂ ਨੇ ਲੇਖ ਲਿਖਾ ਕੇ ਸੰਸਾਰ ਦੇ ਉੱਤੇ ਆਏ ਹਾਂ। ਇਹ ਮਨੁੱਖਾ ਦੇਹ ਪਾਈ, ਵਿੱਚ ਉਸਨੇ ਜਿੰਦ ਰੱਖੀ। ਸਤਿਗੁਰ ਪ੍ਰਸਾਦ, ਉਸ ਨੂੰ ਮਿਲਣ ਵਾਸਤੇ ਸਾਨੂੰ ਸਤਿਗੁਰ ਗੁਰੂ ਦੀ ਨਿਰੰਕਾਰ ਦੀ ਕਿਰਪਾ ਤੋਂ ਬਗੈਰ ਅਸੀਂ ਉਹਨੂੰ ਨਹੀਂ ਮਿਲ ਸਕਦੇ। ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਹਿ ਮਹਲ ਬੁਲਾਏ। ਜਿਹੜੇ ਵਾਹਿਗੁਰੂ ਨੇ ਜਿਨ੍ਹਾਂ ਤੇ ਕਿਰਪਾ ਕਰ ਦਿੱਤੀ, ਜਿਹੜੇ ਉਹਦੇ ਹੁਕਮ ਦੇ ਵਿੱਚ ਆ ਗਿਆ, ਹੁਕਮ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਆਪਣੇ ਹੁਕਮ ਦਾ ਗਿਆਨ ਦੇ ਦਿੱਤਾ, ਉਸ ਪ੍ਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿਹੜੇ ਆਪਣਾ ਜੀਵਨ ਬਤੀਤ ਕਰਨ ਲੱਗ ਪਏ, ਨਾਮ ਰਾਹੀਂ ਕਿਰਪਾ ਹੋ ਗਈ, ਉਹ ਨਾਮ ਦੇ ਵਿੱਚ ਰੰਗੇ ਗਏ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਗਏ। ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚੀ ਦਰਗਾਹ ਦੇ ਵਿੱਚ ਪ੍ਰਵਾਨ ਕਰਦੇ ਹਨ, ਬੁਲਾਉਂਦੇ ਹਨ। ਸੱਚੇ ਦੀਨ ਦਇਆਲ ਮੇਰੇ ਸਾਹਿਬਾ, ਸੱਚੇ ਮਨ ਪਤਿਆਵਣਿਆ। ਮੇਰੇ ਸੱਚੇ ਸਾਹਿਬ ਦੀਨ, ਗਰੀਬਾਂ ਉੱਪਰ ਦਿਆਲੂ ਕਿਰਪਾਲੂ ਵਾਹਿਗੁਰੂ ਜੀਓ, ਸੱਚਾ ਨਾਮ ਜਪਣ ਵਾਲਿਆਂ ਦੇ ਉੱਤੇ ਹੀ ਆਪ ਜੀ ਦਾ ਮਨ ਪਤੀਤਾ ਹੈ। ਸੱਚੇ ਮਨ ਪਤਿਆਵਣਿਆ, ਸੱਚਾ ਨਾਮ ਜਪਣ ਵਾਲਿਆਂ ਦੇ ਉੱਤੇ ਹੀ ਆਪ ਜੀ ਦੀ ਕਿਰਪਾ ਹੁੰਦੀ ਹੈ। ਸੱਚੇ ਨਾਮ ਦੇ ਰਾਹੀਂ ਹੀ ਸਾਡਾ ਮਨ ਜਿਹੜਾ ਟਿਕਾ ਦੇ ਵਿੱਚ ਪਤੀਜ ਜਾਂਦਾ ਹੈ। ਹਉ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ। ਮੈਂ ਬਲਿਹਾਰ ਜਾਵਾਂ ਨਿਰੰਕਾਰ। ਇਸ ਤਰ੍ਹਾਂ ਦੇ ਜਿਹੜੇ ਜਿਨ੍ਹਾਂ ਨੇ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਰੰਗ ਲਿਆ, ਮੈਂ ਉਹਨਾਂ ਦੇ ਉੱਤੋਂ ਕੁਰਬਾਨ ਜਾਵਾਂ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤੀ ਮਨ ਵਸਾਵਣਿਆ। ਜਿਨ੍ਹਾਂ ਨੂੰ ਤੇਰਾ ਸ਼ਬਦ ਸੋਹਣਾ ਲੱਗ ਗਿਆ, ਉਹਨਾਂ ਦੇ ਉੱਤੋਂ ਮੈਂ ਕੁਰਬਾਨ ਜਾਵਾਂ, ਬਲਿਹਾਰੇ ਜਾਵਾਂ, ਉਹਨਾਂ ਦੇ ਮੈਂ ਚਰਨਾਂ ਦੀ ਧੂੜ ਮੰਗਾ
ਕਿਨਾਂ ਦੀ? ਅੰਮ੍ਰਿਤ ਨਾਮ ਸਦਾ ਸੁਖਦਾਤਾ, ਜਿਨ੍ਹਾਂ ਨੇ ਪਹਿਚਾਣ ਲਿਆ ਸਦਾ ਅਮਰ ਰਹਿਣ ਵਾਲਾ ਨਾਮ ਹੀ ਐਸੀ ਕਿਰਪਾ ਕਰਦਾ ਜਿਸ ਦੇ ਨਾਲ ਸਾਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਗੁਰੂ ਦਾ ਗਿਆਨ, ਗੁਰਮਤਿ ਦਾ ਮਤਲਬ ਹੈ ਗੁਰੂ ਤੋਂ ਗਿਆਨ ਲੈ ਕੇ ਅਸੀਂ ਉਸ ਨੂੰ ਮਨ ਦੇ ਵਿੱਚ ਵਸਾਣਾ ਕੀਤਾ ਹੈ। ਰਹਾਉ ਨਾ ਕੋ ਮੇਰਾ ਹਉ ਕਿਸ ਕੇਰਾ, ਸਾਚਾ ਠਾਕੁਰ ਤ੍ਰੈ ਪਵਨ ਮੇਰਾ। ਨਾ ਕੋ ਮੇਰਾ ਹਉ ਕਿਸ ਕੇਰਾ, ਜਿਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਵਾਹਿਗੁਰੂ ਨੇ ਦੁਨੀਆ ਦੇ ਵਿੱਚ ਭਾਈ ਮੇਰਾ ਕੋਈ ਸਾਥੀ ਨਹੀਂ ਹੈ, ਤੇ ਮਾਫ ਕਰਨਾ ਮੈਂ ਵੀ ਕਿਸੇ ਦਾ ਸਾਥੀ ਨਹੀਂ ਹਾਂ। ਨਾਂਗੇ ਆਵਣ ਨਾਂਗੇ ਜਾਵਣ, ਇਸ ਕਰਕੇ ਇਸ ਸੰਸਾਰ ਦੇ ਉੱਤੇ ਜੀਵ ਇਕੱਲਾ ਹੀ ਆਉਂਦਾ ਤੇ ਇਕੱਲਾ ਹੀ ਜਾਂਦਾ ਹੈ। ਪਰ ਵਾਹਿਗੁਰੂ ਕਹਿੰਦੇ ਨੇ ਜਿਸ ਵੇਲੇ ਕਿ ਨਾ ਕੋ ਮੇਰਾ ਹਉ ਕਿਸ ਕੇਰਾ, ਮੈਂ ਵੀ ਕਿਸੇ ਦਾ ਨਹੀਂ, ਮੈਂ ਕੀ ਕਰ ਸਕਦਾ, ਇਹਦੇ ਬਾਰੇ ਕੁਝ ਨਹੀਂ ਕਰ ਸਕਦਾ। ਸਾਚਾ ਠਾਕੁਰ ਤ੍ਰੈ ਪ੍ਰਭੂ ਮੇਰਾ, ਪਰ ਜਿਹੜਾ ਮੇਰਾ ਪ੍ਰੀਤਮ ਹੈ ਰਖਵਾਲਾ ਵਾਹਿਗੁਰੂ ਹੈ, ਉਹ ਤਿੰਨਾਂ ਲੋਕਾਂ ਦਾ ਮਾਲਕ ਹੈ। ਆਕਾਸ਼, ਧਰਤੀ ਤੇ ਪਤਾਲ ਦਾ ਮਾਲਕ ਹੈ। ਇਹਦੇ ਵਿੱਚ ਸਾਰੇ ਜੀਵ ਜੰਤਾਂ ਦਾ ਪ੍ਰਤਪਾਲਕ ਹੈ। ਹਉ ਮੈਂ ਕਰ ਕਰ ਜਾਏ ਕਨੇਰੀ, ਕਰ ਅਵਗਣ ਪਛੋਤਾਵਣਿਆ। ਬਹੁਤੀ ਦੁਨੀਆ ਇੱਥੇ ਸੰਸਾਰ ਦੇ ਉੱਤੇ ਅੱਜ ਵੀ ਦੇਖਣ ਨੂੰ ਆਈ, ਤੇ ਪਹਿਲਾਂ ਵੀ ਤੁਸੀਂ ਇਹਨਾਂ ਜਦੋਂ ਇਤਿਹਾਸ ਪੜ੍ਹਦੇ ਹੋ ਤੁਹਾਨੂੰ ਪਤਾ ਲੱਗਦਾ ਵੀ ਮੈਂ ਕਰਦੇ ਇਥੋਂ ਬੜੇ ਆਏ ਤੇ ਆ ਕੇ ਤੁਰ ਗਏ। ਬੜਿਆਂ ਨੇ ਇੱਥੇ ਅਵਗਣ ਕੀਤੇ ਤੇ ਅਵਗਣ ਕਰਕੇ ਅੰਤਲੇ ਸਮੇਂ ਦੇ ਉੱਤੇ ਬੜਾ ਉਹਨਾਂ ਨੂੰ ਪਛਤਾਉਣਾ ਪਿਆ। ਹੁਕਮ ਪਛਾਣੈ ਸੋ ਹਰ ਗੁਣ ਵਖਾਣੈ, ਗੁਰ ਕੈ ਸ਼ਬਦ ਨਾਮ ਨਿਸਾਣੈ। ਜਿਨ੍ਹਾਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਨੂੰ ਪਹਿਚਾਣ ਲਿਆ, ਨਿਰੰਕਾਰ ਦੇ ਹੁਕਮ ਨੂੰ ਪਹਿਚਾਣ ਲਿਆ, ਉਹੀ ਉਹ ਪ੍ਰਮਾਤਮਾ ਦੇ ਗੁਣਾਂ ਬਾਰੇ ਕਥਨ ਕਰ ਸਕਦੇ ਹਨ। ਉਹੀ ਗੁਣਾਂ ਦਾ ਸਾਨੂੰ ਗਿਆਨ ਦੇ ਸਕਦੇ ਨੇ। ਗੁਰ ਕੇ ਸ਼ਬਦ ਨਾਮ ਨਿਸ਼ਾਨੇ, ਔਰ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਵੱਲੋਂ ਜਿਹੜਾ ਸਾਨੂੰ ਸ਼ਬਦ ਪ੍ਰਗਟ ਹੁੰਦਾ, ਨਾਮ ਪ੍ਰਗਟ ਹੁੰਦਾ ਹੈ, ਜਾਂ ਜਿਹੜਾ ਉਹਨਾਂ ਦਾ ਗਿਆਨ ਹੁੰਦਾ ਹੈ, ਉਪਦੇਸ਼ ਹੁੰਦਾ ਹੈ, ਉਹੀ ਸਾਨੂੰ ਨਾਮ ਰੂਪੀ ਨਿਸ਼ਾਨ ਕਹਿੰਦੇ ਨੇ ਮੋਹਰ, ਉਹ ਪ੍ਰਵਾਨ ਹੁੰਦੀ ਹੈ, ਉਹ ਪ੍ਰਵਾਨ ਮਿਲਦਾ ਹੈ। ਸਭਨਾ ਕਾ ਦਰ ਲੇਖਾ ਸੱਚੈ, ਛੂਟਸ ਨਾਮ ਸੁਹਾਵਣਿਆ। ਜਿਸ ਵੇਲੇ ਸਾਨੂੰ ਉਹ ਪਰਵਾਨਾ ਮਿਲ ਗਿਆ, ਜਿਹੜਾ ਨਾਮ ਦਾ ਨਿਸ਼ਾਨਾ ਹੈ, ਉਹ ਪਰਵਾਨਾ ਮਿਲ ਗਿਆ, ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਸਭਨਾ ਦਾ ਦਰ ਲੇਖਾ ਸੱਚ ਹੈ। ਉਹ ਸੱਚੇ ਦਰਬਾਰ ਦੇ ਵਿੱਚ ਭਾਈ ਹਰ ਇੱਕ ਦਾ ਲੇਖਾ ਹੋਣਾ ਹੈ। ਪਰ ਜਿਹੜੇ ਨਾਮ ਦੇ ਨਾਲ ਰੰਗੇ ਗਏ ਨੇ, ਸੁਹਾਵਣਿਆ, ਜਿਹੜੇ ਸੋਭਨੀਕ ਬਣ ਜਾਂਦੇ ਨੇ ਸੰਸਾਰ ਦੇ ਉੱਤੇ, ਉਹ ਇਸ ਲੇਖੇ ਤੋਂ ਬਚ ਜਾਂਦੇ ਹਨ, ਉਹਨਾਂ ਨੂੰ ਛੁਟਕਾਰਾ ਮਿਲ ਜਾਂਦਾ ਹੈ। ਮਨ ਮੁਖ ਪੂਲਾ ਠੌਰ ਨ ਪਾਏ, ਜਮਦਰ ਬੱਦਾ ਚੋਟਾਂ ਖਾਏ। ਜਿਹੜੇ ਨਾਮ ਨੂੰ ਭੁਲਾ ਕੇ ਅਗਿਆਨ ਦੇ ਹਨੇਰੇ ਦੇ ਵਿੱਚ ਤੁਰੇ ਫਿਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਕਿਤੇ ਵੀ ਟਿਕਾ ਨਹੀਂ ਮਿਲਦਾ, ਠੌਰ ਨਾ ਪਾਏ, ਉਹਨਾਂ ਨੂੰ ਕਿਤੇ ਵੀ ਜਗ੍ਹਾ ਨਹੀਂ ਮਿਲਦੀ। ਉਹ ਕੋਈ ਜਗ੍ਹਾ ਨਹੀਂ ਪਾਉਂਦੇ, ਜਿੱਥੇ ਇੱਕ ਜਗ੍ਹਾ ਤੇ ਟਿਕਦੇ ਵੀ ਨਹੀਂ। ਤੇ ਜਮਦਰ ਬੱਧਾ ਚੋਟਾ ਖਾਏ, ਨਾ ਉਹਨਾਂ ਨੂੰ ਇੱਥੇ ਕੋਈ ਟਿਕਾਣਾ ਮਿਲਦਾ ਤੇ ਨਾ ਹੀ ਨਿਰੰਕਾਰ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਕੋਈ ਜਗ੍ਹਾ ਪ੍ਰਾਪਤ ਹੁੰਦੀ ਹੈ। ਤਾਂ ਹੁੰਦਾ ਕੀ ਹੈ, ਉਹਨਾਂ ਨੂੰ ਫਿਰ ਜਮ ਫੜ ਕੇ ਲੈ ਕੇ ਜਾਂਦੇ ਨੇ, ਜਮਾਂ ਦੇ ਸਾਹਮਣੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਉਹਨਾਂ ਦੇ ਜਿਹੜੇ ਕੀਤੇ ਹੋਏ ਕਰਮ ਨੇ, ਉਹਨਾਂ ਦੇ ਰਾਹੀਂ, ਉਹਨਾਂ ਦੇ ਦੇਖ ਕੇ, ਉਹਨਾਂ ਦਾ ਹਿਸਾਬ ਲਾ ਕੇ ਉਹਨਾਂ ਨੂੰ ਸਜ਼ਾ ਮਿਲਦੀ। ਕਈ ਕੁੰਭੀ ਨਰਕਾਂ ਦੇ ਵਿੱਚ ਸਿੱਟੇ ਜਾਂਦੇ ਨੇ, ਤੇ ਕਈ ਬਹੁਤ ਵਿੱਚ ਚੋਟਾਂ ਖਾਂਦੇ ਨੇ, ਬਹੁਤ ਸੱਟਾਂ ਜਮਾਂ ਦੀਆਂ ਖਾਂਦੇ ਨੇ। ਜਦੋਂ ਜਮਾਂ ਦੀ ਸੱਟ ਪੈਂਦੀ ਆ, ਮਾਰ ਪੈਂਦੀ ਆ, ਉਹ ਸਹਾਰੀ ਵੀ ਨਹੀਂ ਪਾਈ ਜਾਂਦੀ। ਗੁਰੂ ਜੀ ਦੱਸਦੇ ਨੇ, ਬਿਨ ਨਾਵੈ ਕੋ ਸੰਗ ਨ ਸਾਥੀ, ਮੁਕਤੇ ਨਾਮ ਤੇ ਆਵਣਿਆ। ਸੋ ਵਾਹਿਗੁਰੂ ਜੀ ਕਹਿੰਦੇ ਨੇ ਨਾਮ ਤੋਂ ਬਗੈਰ ਕੋਈ ਸੰਗੀ ਸਾਥੀ ਨਹੀਂ। ਇੱਥੇ ਜੋ ਮਰਜੀ ਜਿੰਨੇ ਧੀਆਂ ਪੁੱਤਰ ਸਾਖ ਸੰਬੰਧੀ ਪਰਿਵਾਰ ਰਾਜੇ ਮਹਾਰਾਜੇ ਵੀ ਜਿਹੜੇ ਨੇ, ਉਹ ਵੀ ਖਾਲੀ ਹੱਥ ਹੋਏ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹੋ ਰਾਜਾ ਰਾਣਾ। ਕਹਿੰਦਾ ਕੋਈ ਵੀ ਸੰਗੀ ਸਾਥੀ ਨਹੀਂ ਭਾਈ ਸੰਸਾਰ ਦੇ ਉੱਤੇ ਤੇਰਾ। ਇਹ ਸਾਰਿਆਂ ਨੇ ਅੰਤਲੇ ਸਮੇਂ ਦੇ ਉੱਤੇ ਤੈਨੂੰ ਉਸੇ ਵੇਲੇ ਹੀ ਅਲਵਿਦਾ ਕਹਿ ਦੇਣੀ ਆ। ਤੈਨੂੰ ਉਸੇ ਵੇਲੇ ਹੀ ਤੇਰੇ ਕੋਲੋਂ ਉਹਨਾਂ ਨੇ ਛੁਟਕਾਰਾ ਲੈ ਲੈਣਾ। ਤੇ ਪਰ ਤੇਰਾ ਜਿਹੜਾ ਸੰਗੀ ਸਾਥੀ ਸਦਾ ਵਾਹਿਗੁਰੂ ਹੈ, ਜਿਸ ਨੇ ਤੈਨੂੰ ਨਾਮ ਬਖਸ਼ਾ। ਉਹ ਨਾਮ ਤਾਂ ਐਡੀ ਰਹਿਮਤ ਕਰਦਾ, ਇੱਥੋਂ ਤੂੰ ਮੁਕਤੀ ਦਾ ਦਰ ਪ੍ਰਾਪਤ ਕਰਕੇ ਹੀ ਜਾਵੇਂਗਾ। ਜਿਹੜੇ ਜਦੋਂ ਸਤਿਗੁਰ ਰਹਿਮਤ ਕਰਕੇ ਤੂੰ ਨਾਮ ਨੂੰ
ਧਿਆਉਣਾ ਸ਼ੁਰੂ ਕਰ ਦਿੱਤਾ। ਸੰਪੂਰਨ ਤੌਰ ਤੇ ਪ੍ਰੇਮ ਅਕਾਲ ਪੁਰਖ ਵਾਹਿਗੁਰੂ ਨਾਲ ਪਾ ਲਿਆ। ਸਾਕਤ ਕੂੜੇ ਸੱਚ ਨ ਪਾਵੈ, ਦੁਬਦਾ ਬਾਦਾ ਆਵੈ ਜਾਵੈ। ਮਨਮੁਖਾਂ ਨੂੰ ਤਾਂ ਸੱਚ ਚੰਗਾ ਹੀ ਨਹੀਂ ਲੱਗਦਾ ਹੈਗਾ, ਹੈ ਨਹੀਂ। ਕਹਿੰਦੇ ਨੇ ਵੀ ਜਿਹੜੇ ਕਹਿੰਦੇ ਨੇ ਵੀ ਅੰਮ੍ਰਿਤ ਕੌੜਾ, ਜਿਹੜਾ ਜਿਨ੍ਹਾਂ ਨੂੰ ਅੰਮ੍ਰਿਤ ਕੌੜਾ ਲੱਗਦਾ ਤੇ ਜਿਹੜੀ ਵਿਖਿਆ ਹੈ ਜ਼ਹਿਰ ਹੈ ਉਹ ਮਿੱਠੀ ਲੱਗਦੀ ਉਹਨਾਂ ਨੂੰ। ਉਹ ਕਹਿੰਦੇ ਉਹਨਾਂ ਨੂੰ ਸਾਖਤ ਕਿਹਾ ਹੈ ਮਹਾਰਾਜ ਨੇ। ਕਹਿੰਦੇ ਉਹ ਕਿੱਦਾਂ ਨਾਮ ਜਪ ਲੈਣਗੇ, ਉਹਨਾਂ ਨੂੰ ਤਾਂ ਚੰਗਾ ਹੀ ਨਹੀਂ ਲੱਗਦਾ। ਪਰ ਉਹ ਤਾਂ ਮੁੜ ਮੁੜ ਕੇ ਭਰਮਾਂ ਦੇ ਵਿੱਚ ਫਸੇ ਹੁੰਦੇ ਨੇ, ਉਹਨਾਂ ਦਾ ਜੰਮਣਾ ਮਰਨਾ ਮੁੱਕਦਾ ਨਹੀਂ ਹੈ। ਲਿਖਿਆ ਲੇਖ ਨ ਮੇਟੈ ਕੋਈ, ਗੁਰਮੁਖ ਮੁਕਤ ਕਰਾਵਣਿਆ। ਮੱਥੇ ਦੇ ਉੱਤੇ ਜੋ ਪੂਰਬਲੇ ਕਰਮਾਂ ਦੇ ਅਸੀਂ ਲੇਖ ਲਿਖਾ ਕੇ ਸੰਸਾਰ ਦੇ ਉੱਤੇ ਆਏ, ਉਹ ਨਹੀਂ ਮਿਟਦੇ ਭਾਈ। ਉਹਦੇ ਬਰੋਬਰ ਜਦੋਂ ਅਸੀਂ ਇੱਕ ਤੱਕੜੀ 'ਚ ਸਾਡੇ ਲੇਖ ਪਏ ਹੁਣ, ਜਿਨ੍ਹਾਂ ਦਾ ਆਪਾਂ ਨੂੰ ਗਿਆਨ ਨਹੀਂ ਵੀ ਕਿੰਨੇ ਕਾ ਕਿੰਨੇ ਕ ਨਹੀਂ, ਤੇ ਦੂਸਰੇ ਪਾਸੇ ਅਸੀਂ ਜਿਹੜੇ ਕਰਮ ਇੱਥੇ ਉੱਚੇ ਸੁੱਚੇ ਕਰੀਏ ਉਹ ਪਾਈਏ, ਤਾਂ ਇੱਕ ਦਿਨ ਕੀ ਹੁੰਦਾ ਹੈ, ਉਹ ਲੇਖ ਜਿਹੜੇ ਮਾੜੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ, ਮਾੜੇ ਲੇਖ ਸਾਰੇ ਹੋ ਜਾਂਦੇ ਨੇ। ਫਿਰ ਕਹਿੰਦੇ ਗੁਰਮੁਖ ਮੁਕਤ ਕਰਾਵਣਿਆ, ਤੇ ਉਹ ਜੀਵ ਗੁਰਮੁਖਾਂ ਵਾਲਾ ਜੀਵਨ ਸੰਸਾਰ ਦੇ ਉੱਤੇ ਪ੍ਰਾਪਤ ਕਰ ਲੈਂਦਾ ਹੈ। ਤਾਂ ਇਸ ਕਰਕੇ ਗੁਰਮੁਖ ਮੁਕਤ ਕਰਾਵਣਿਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਮੁਕਤੀ ਦੇ ਦਰ ਦਾ ਗਿਆਨ ਹਾਸਲ ਹੋ ਜਾਂਦਾ ਹੈ। ਪੇੜੇ ਪਿਰ ਜਾਤੋ ਨਾਹੀ, ਝੂਠ ਵਿਸ਼ੁੰਨੀ ਰੋਵੈ ਤਾਹੀ। ਪੇੜੀਏ ਪੇਕਾ ਘਰ, ਆ ਸੰਸਾਰ ਸਾਡਾ ਪੇਕਾ ਘਰ ਹੈ। ਕਹਿੰਦੇ ਪੇਕੇ ਘਰ ਦੇ ਵਿੱਚ ਪਤੀ ਬਾਰੇ ਗਿਆਨ ਹੀ ਕੋਈ ਨਹੀਂ ਲਿਆ, ਝੂਠ ਵਿਸ਼ੁੰਨੀ ਰੋਵੇ ਤਾਹੀ। ਪਰ ਅਖੀਰ ਦੇ ਉੱਤੇ ਜਿਸਲੇ ਪ੍ਰੀਤਮ ਦੇ ਨਾਲ ਮਿਲਾਪ ਨਹੀਂ ਹੁੰਦਾ, ਤੇ ਫਿਰ ਉਹ ਜਿਹੜੀ ਔਰਤ ਹੈ, ਉਹ ਜਿਹੜੀ ਆਤਮਾ ਹੈ, ਮਨਮੁਖਾਂ ਵਾਲੀ ਆਤਮਾ, ਉਹ ਫਿਰ ਬਹੁਤ ਰੋਂਦੀ ਹੈ, ਬਹੁਤ ਵਿਰਲਾਪ ਕਰਦੀ ਹੈ, ਤਾਹਾਂ ਮਾਰਦੀ ਹੈ। ਅਵਗਣ ਮੁਠੀ ਮਹਲ ਨ ਪਾਏ, ਅਵਗਣ ਗੁਣ ਬਖਸਾਵਣਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਐਡੇ ਮਿਹਰਬਾਨ ਨੇ। ਕਹਿੰਦੇ ਜਿਹੜੇ ਔਗੁਣ ਕਰਦੇ ਨੇ, ਜਿਨ੍ਹਾਂ ਨੇ ਇੱਥੇ ਔਗੁਣਾਂ ਦੇ ਰਾਹੀਂ ਆਪਣੀ ਪੱਤ ਲੁਟਾ ਦਿੱਤੀ, ਜੀਵਨ ਦੀ ਬਾਜੀ ਨੂੰ ਹਾਰ ਗਏ, ਉਹਨਾਂ ਨੂੰ ਫਿਰ ਵਾਹਿਗੁਰੂ ਦੇ ਮਹੱਲ ਦੇ ਵਿੱਚ ਕੋਈ ਜਗ੍ਹਾ ਨਹੀਂ ਮਿਲਦੀ, ਟਿਕਾ ਨਹੀਂ ਮਿਲਦਾ ਉਹਨਾਂ ਨੂੰ। ਪਰ ਕਹਿੰਦੇ ਵੀ ਜਿਹੜੇ ਔਗੁਣ ਹਨ ਉਹਨਾਂ ਨੂੰ ਵੀ ਗੁਰੂ ਦੇ ਕੋਲੋਂ ਬਖਸ਼ਾਇਆ ਜਾ ਸਕਦਾ ਹੈ। ਕਿਸ ਤਰ੍ਹਾਂ? ਸ਼ੁਭ ਗੁਣ ਕਰਕੇ। ਤਾਂ ਫਿਰ ਉਹ ਆਪਣੇ ਔਗੁਣ ਜੀਵ ਬਖਸ਼ਾ ਲੈਂਦੇ ਨੇ। ਸੇਵਾ ਸਿਮਰਨ ਬੰਦਗੀ ਸਤਿਗੁਰ ਦੇ ਹੁਕਮ ਦੇ ਵਿੱਚ ਆਣ ਕੇ ਇਹ ਸਾਰੇ ਔਗੁਣਾਂ ਨੂੰ ਵੀ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਬਖਸ਼ ਦਿੰਦਾ ਹੈ। ਉਹੀ ਸਮਰੱਥ ਗੁਰੂ ਬਖਸ਼ਣ ਜੋਗਾ ਹੈ। ਪੇੜੇ ਜਿਨ ਜਾਤਾ ਪਿਆਰਾ, ਗੁਰਮੁਖ ਬੁੱਝੈ ਤਤ ਵਿਚਾਰਾ। ਜਿਨ੍ਹਾਂ ਨੇ ਸੰਸਾਰ ਦੇ ਉੱਤੇ ਪੇਕੇ ਘਰ ਦੇ ਵਿੱਚ ਉਸ ਵਾਹਿਗੁਰੂ ਨੂੰ ਪਹਿਚਾਣ ਲਿਆ, ਆਪਣੇ ਪਤੀ ਪ੍ਰਮਾਤਮਾ ਨੂੰ ਪਛਾਣ ਲਿਆ, ਉਹੀ ਵੇ ਗੁਰਮੁਖ ਜਿਹੜਾ ਹੁੰਦਾ ਹੈ, ਉਹੀ ਜੀਵ ਉਹ ਬ੍ਰਹਮ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ। ਬ੍ਰਹਮ ਬਾਰੇ ਉਸ ਨੂੰ ਗਿਆਨ ਇੱਥੇ ਸੰਸਾਰ ਤੇ ਪ੍ਰਾਪਤ ਹੋ ਜਾਂਦਾ ਹੈ। ਆਵਣ ਜਾਣਾ ਠਾਕਰ ਹਾਏ, ਸੱਚੇ ਨਾਮ ਸਮਾਵਣਿਆ। ਜਿਹੜੇ ਸੱਚੇ ਨਾਮ ਦੇ ਵਿੱਚ ਸਮਾ ਗਏ, ਪੇਕੇ ਘਰ ਦੇ ਵਿੱਚ ਪਤੀ ਪ੍ਰਮਾਤਮਾ ਨੂੰ ਪਛਾਣ ਲਿਆ, ਉਹਨਾਂ ਦਾ ਆਉਣਾ ਜਾਣਾ ਇੱਥੇ ਸੰਸਾਰ ਤੋਂ ਖਤਮ ਹੋ ਜਾਂਦਾ ਹੈ। ਗੁਰੂ ਜੀ ਉਹਦੇ ਉੱਤੇ ਰੋਕ ਲਾ ਦਿੰਦੇ ਹਨ। ਗੁਰਮੁਖ ਬੂਝੈ ਅਕਥ ਕਹਾਵੈ, ਸੱਚੇ ਠਾਕੁਰ ਸਾਚੋ ਭਾਵੈ। ਇਹ ਗੁਰਮੁਖ ਜਿਹੜੇ ਨੇ, ਜਿਨ੍ਹਾਂ ਨੇ ਗੁਰੂ ਤੋਂ ਗਿਆਨ ਲੈ ਲਿਆ, ਉਹ ਬੁੱਝ ਜਾਂਦੇ ਨੇ ਇਸ ਅਕਥ ਕਹਾਣੀ ਨੂੰ, ਤੇ ਉਹ ਆਪ ਵੀ ਫਿਰ ਇੱਥੇ ਵਡਿਆਈਆਂ ਦੇ ਲਾਇਕ ਬਣ ਜਾਂਦੇ ਨੇ। ਸਾਚੇ ਠਾਕੁਰ ਸਾਚੋ ਭਾਵੇ, ਕਿਉਂਕਿ ਸੱਚੇ ਠਾਕੁਰ ਨੂੰ ਸੱਚ ਹੀ ਸੋਹਣਾ ਲੱਗਦਾ ਹੈ। ਸੱਚਾ ਨਾਮ ਜਪਣ ਵਾਲਾ ਜੀਵ ਉਹਨਾਂ ਨੂੰ ਪਿਆਰਾ ਤੇ ਭਾਉਂਦਾ ਹੈ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੈ ਗੁਣ ਗਾਵਣਿਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਰੇ ਸੰਸਾਰ ਨੂੰ ਇਹ ਸਮਝਾਉਂਦੇ ਨੇ ਕਿ ਸੱਚ ਕਹੇ ਬੇਨੰਤੀ, ਸੱਚੀ ਬੇਨਤੀ ਕਰਦੇ ਨੇ। ਪ੍ਰਮਾਤਮਾ ਨਿਰੰਕਾਰ ਨੇ ਸੱਚ ਕਰਕੇ ਸਾਰਿਆਂ ਨੂੰ ਸਮਝਾਉਂਦੇ ਨੇ ਕਿ ਸੱਚ ਮਿਲੇ ਗੁਣ ਗਾਵਣਿਆ। ਕਹਿੰਦੇ ਨੇ ਉਸ ਪ੍ਰਮਾਤਮਾ ਵਾਹਿਗੁਰੂ ਸੱਚੇ ਦੇ ਮੂਹਰੇ ਆ ਕੇ ਸੱਚ ਨੂੰ ਮਿਲਣ ਵਾਸਤੇ ਸੱਚੇ ਦੇ ਗੁਣ ਜਿਹੜੇ ਅਸੀਂ ਗਾਣੇ ਨੇ, ਉਹ ਆਪਣੇ ਮੈਂ ਮੇਰੀ ਖਤਮ ਕਰਕੇ ਉਹਦੇ ਚਰਨਾਂ ਦੇ ਵਿੱਚ ਆਣ ਕੇ ਜਦੋਂ ਸੱਚੇ ਦੇ ਗੁਣ ਗਾਓਗੇ ਤਾਂ ਤੁਹਾਨੂੰ ਪ੍ਰਮਾਤਮਾ ਦੇ ਨਾਲ ਤੁਹਾਡਾ ਮਿਲਾਪ ਹੋ ਜਾਵੇਗਾ। ਮਾਜ ਮਹਿਲਾ ਤੀਜਾ ਕਰ ਪਹਿਲਾ,
ਕਰਮ ਹੋਵੇ ਸਤ ਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਹੁਣ ਮਿਹਰਬਾਨ ਦਿਆਲੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਝ ਰਾਗ ਦੇ ਵਿੱਚ ਸਾਨੂੰ ਕਿਰਪਾ ਕਰਕੇ ਗਿਆਨ ਦਿੰਦੇ ਨੇ ਆਪਣੇ ਰੂਪ ਦੇ ਨਾਲ, ਆਪਣੀ ਮਿਹਰ ਦੇ ਨਾਲ। ਕਹਿੰਦੇ ਭਾਈ ਜੇ ਪੂਰਬਲੇ ਕਰਮ ਸ਼੍ਰੇਸ਼ਟ ਹੋਣ ਤਾਂ ਹੀ ਸਤਿਗੁਰ ਮਿਲਦਾ ਹੈ, ਸੇਵਾ ਸੁਰਤ ਸ਼ਬਦ ਚਿਤ ਲਾਏ। ਹੁਣ ਪੂਰਬਲੇ ਕਰਮ ਜਿਹੜੇ ਸ਼੍ਰੇਸ਼ਟ ਬਣਾਉਣ ਵਾਸਤੇ, ਉੱਚੇ ਸੁੱਚੇ ਬਣਾਉਣ ਵਾਸਤੇ ਸਤਿਗੁਰੂ ਕਹਿੰਦੇ ਨੇ ਵੀ ਸੇਵਾ ਤੇ ਸੁਰਤ ਕਰਕੇ ਸ਼ਬਦ ਦੀ ਆਰਾਧਨਾ ਕਰਨੀ ਤੇ ਸ਼ਬਦ ਦੇ ਨਾਲ ਚਿੱਤ ਲਾਉਣਾ, ਇੱਕ ਮਨ ਤੇ ਇੱਕ ਤਨ ਨੂੰ ਇਕਾਗਰ ਕਰਕੇ ਇੱਕ ਆਸਣ ਬੈਠ ਕੇ ਉਡੋਲ ਹੋ ਕੇ ਨਿਰੰਕਾਰ ਦੀ ਬੰਦਗੀ ਕਰਨੀ। ਹਉ ਮੈਂ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਜਿਸ ਨੇ ਸ਼ਬਦ ਦੇ ਨਾਲ ਜੀਵ ਜੁੜ ਜਾਂਦਾ ਹੈ, ਹਉਮੈ ਨੂੰ ਮਾਰ ਦਿੰਦਾ, ਖਤਮ ਕਰ ਦਿੰਦਾ ਹੈ। ਜਦੋਂ ਹਉਮੈ ਖਤਮ ਹੋ ਗਈ, ਸਾਰੇ ਵਿਕਾਰ ਨਾਲ ਹੀ ਖਤਮ ਹੋ ਗਏ, ਸੁਖ ਪ੍ਰਾਪਤ ਹੋ ਜਾਂਦਾ ਹੈ। ਕਹਿੰਦੇ ਫਿਰ ਮਾਇਆ ਦਾ ਮੋਹ ਜਿਹੜਾ ਆਸਾ ਤ੍ਰਿਸ਼ਨਾ ਸਾਰੀਆਂ ਖਤਮ ਹੋ ਗੁਰੂ ਜੀ ਕਰ ਦਿੰਦੇ ਨੇ। ਹਉ ਵਾਰੀ ਜੀਉ ਵਾਰੀ, ਸਤਿਗੁਰ ਕੈ ਬਲਿਹਾਰਣਿਆ। ਇਸ ਤਰ੍ਹਾਂ ਦੇ ਪ੍ਰੀਤਮ ਨਿਰੰਕਾਰ ਦੇ ਉੱਤੇ ਮੈਂ ਬਲਿਹਾਰੇ ਬਲਿਹਾਰੇ ਸਦਾ ਹੀ ਬਲਿਹਾਰੇ ਜਾਵਾਂ। ਗੁਰਮਤੀ ਪਰਗਾਸ ਹੋਆ ਜੀ, ਅਨ ਦਿਨ ਹਰ ਗੁਣ ਗਾਵਣਿਆ। ਵਾਹਿਗੁਰੂ ਨਿਰੰਕਾਰ ਨੇ ਜੋ ਮੈਨੂੰ ਗਿਆਨ ਦਿੱਤਾ, ਉਹਦੇ ਰਾਹੀਂ ਮੇਰੇ ਅੰਦਰ ਸੱਚ ਦਾ ਚਿਰਾਗ ਜਗ ਪਿਆ। ਉਹ ਸੱਚ ਦਾ ਚਿਰਾਗ ਹੋਣ ਦੇ ਨਾਲ ਕਰਕੇ ਜਿਹੜਾ ਮੇਰਾ ਅਗਿਆਨ ਦਾ ਹਨੇਰਾ ਸੀ ਉਹ ਦੂਰ ਹੋ ਗਿਆ। ਹੁਣ ਮੈਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਦੇ ਗੁਣਾਂ ਨੂੰ ਪਹਿਚਾਣ ਲਿਆ। ਦਿਨ ਰਾਤ ਮੈਂ ਉਹਦੇ ਗੁਣਾਂ ਦਾ ਜਸ ਗਾਇਨ ਕਰਦਾ ਹਾਂ। ਰਹਾਉ ਤਨ ਮਨ ਖੋਜੇ ਤਾ ਨਾਉ ਪਾਏ, ਤਾਵਤ ਰਾਖੈ ਠਾਕ ਰਹਾਏ। ਜਿਹੜਾ ਜੀਵ ਸੰਸਾਰ ਤੇ ਤਨ ਤੇ ਮਨ ਨੂੰ ਦੋਨਾਂ ਨੂੰ ਖੋਜਦਾ, ਦੋਨਾਂ ਬਾਰੇ ਗਿਆਨ ਇਕੱਠਾ ਕਰਦਾ, ਦੋਨਾਂ ਬਾਰੇ ਉਹਨੂੰ ਜਦੋਂ ਪਤਾ ਲੱਗਦਾ ਹੈ ਤੇ ਉਹ ਦੋਨਾਂ ਨੂੰ ਖੋਜ ਕੇ ਉਹ ਜਿਹੜੇ ਅੰਦਰ ਮੈਲ ਲੱਗੀ ਹੋਈ ਹੈ ਉਹ ਸਾਰੀ ਮੈਲ ਨੂੰ ਦੂਰ ਕਰ ਦਿੰਦਾ, ਮਨ ਤੋਂ ਵੀ, ਤਨ ਤੋਂ ਵੀ ਤੇ ਆਤਮਾ ਤੋਂ ਵੀ। ਫਿਰ ਕੀ ਹੁੰਦਾ, ਉਸ ਨੂੰ ਨਾਮ ਗੁਰੂ ਨਿਰੰਕਾਰ ਪ੍ਰਗਟ ਕਰ ਦਿੰਦੇ ਨੇ। ਧਾਵਤ ਰਾਖੇ ਠਾਕ ਰਹਾਏ। ਫਿਰ ਵਾਕਈ ਵਿਸ਼ੇ ਵਿਕਾਰਾਂ ਮੁੰਦੀਆਂ ਵੱਲ ਨੂੰ ਜਿਹੜੀਆਂ ਉਹਦੀਆਂ ਦੌੜਾਂ ਸਨ, ਉਹਨਾਂ ਤੋਂ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਠਾਕ ਠਾਕ ਕਹਿੰਦੇ ਨੇ ਰੋਕ ਲਾ ਦਿੱਤੀ। ਗੁਰ ਕੀ ਬਾਣੀ ਅਨ ਦਿਨ ਗਾਵੈ, ਸਹਜੇ ਭਗਤ ਕਰਾਵਣਿਆ। ਉਸ ਤਰ੍ਹਾਂ ਦੇ ਜੀਵ ਹਰ ਵੇਲੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਰਾਹੀਂ ਉਸ ਦੀ ਵਡਿਆਈ ਕਰਦੇ, ਦਿਨ ਰਾਤ ਉਹਦੇ ਗੁਣ ਗਾਉਂਦੇ ਨੇ, ਉਸ ਅਕਾਲ ਪੁਰਖ ਦੀ ਉਸਤਤ ਕਰਦੇ ਨੇ, ਸਹਜੇ ਭਗਤ ਕਰਾਵਣਿਆ। ਤੇ ਹੋਰਨਾਂ ਪਾਸੋਂ ਵੀ ਉਹ ਭਗਤੀ ਇਸ ਰੂਪ ਦੇ ਕਰਾਉਂਦੇ ਹਨ। ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਸਾਚ ਮਿਲੈ ਤਾਂ ਵੇਖਾਂ। ਭਾਈ ਇਹ ਕਾਇਆ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਤਾਂ ਅਨੇਕਾਂ ਅਸੰਖ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ ਉਹ ਵਸਤੂਆਂ ਗੁਰੂ ਮਹਾਰਾਜ ਨੇ ਟਿਕਾ ਕੇ ਰੱਖੀਆਂ ਹੋਈਆਂ ਨੇ। ਗੁਰਮੁਖ ਸਾਚ ਮਿਲੇ ਤਾਂ ਵੇਖਾਂ। ਵੇਖ ਹੋ ਹੀ ਸਕਦਾ ਜਿਹੜਾ ਗੁਰੂ ਤੋਂ ਗਿਆਨ ਲਾ ਕੇ ਆਪ ਇਸ ਸੰਸਾਰ ਤੇ ਉੱਚੀ ਮੱਤ ਵਾਲਾ, ਉੱਚੀ ਨਿਰਮਲ ਬੁੱਧ ਵਾਲਾ ਬਣ ਜਾਂਦਾ ਹੈ। ਜਿਸ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਤੋਂ ਇਲਾਵਾ ਹੋਰ ਕੁਝ ਦਿਸਦਾ ਨਹੀਂ, ਉਹ ਫਿਰ ਸੱਚੇ ਵਾਹਿਗੁਰੂ ਨੂੰ ਆਪਣੇ ਅੰਦਰੋਂ ਹੀ ਵੇਖ ਲੈਂਦਾ ਹੈ। 9 ਦਰਵਾਜੇ 10ਵੇਂ ਮੁਕਤਾ, ਅਨਹਦ ਸ਼ਬਦ ਵਜਾਵਣਿਆ। 9 ਦਰਵਾਜੇ ਮਾਲਾ ਸੱਚੇ ਪਾਤਸ਼ਾਹ ਨੇ ਵਿਰਾਮ ਕਲੀ ਦੇ ਵਿੱਚ ਜਾ ਕੇ ਵੀ ਇਹਦਾ ਕਹਿਣਾ, ਕਹਿੰਦੇ 9 ਦਰਵਾਜੇ ਜਿਹੜੇ 9 ਮੁਕਤੀ, 9 ਤਰ੍ਹਾਂ ਦੀ ਬੰਦਗੀ ਹੈ, 9 ਤਰ੍ਹਾਂ ਦੀ ਭਗਤੀ ਹੈ। 9 ਅੰਦਰ ਸਾਡੇ ਐਸੀਆਂ ਵਸਤੂਆਂ ਨੇ ਜਿਨ੍ਹਾਂ 9 ਦੇ ਰਾਹੀਂ ਇਹ 9 ਨੂੰ ਅਸੀਂ 9 ਕੋਠੜੀਆਂ ਵੀ ਕਹਿ ਲਈਏ। ਹੁਣ ਇੱਕ ਦਰਵਾਜ਼ਾ ਹੈ, ਜਿਸ ਦਰਵਾਜ਼ੇ ਦੇ ਰਾਹੀਂ ਆਪਾਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਕੇ ਜਾਂਦੇ। ਨੰਬਰ 2 ਦਰਵਾਜ਼ੇ ਦੇ ਵਿੱਚ ਅਸੀਂ ਆ ਜਾਂਦੇ ਹਾਂ। ਇਸ ਤਰ੍ਹਾਂ ਜਿਹੜਾ ਹੈ ਸਤਿਗੁਰ ਖੁੱਲੇ ਟਾਈਮ ਦੇ ਉੱਤੇ ਇਹਨਾਂ ਬਾਰੇ ਵਿਚਾਰ ਕਰਾਂਗੇ ਆਪਾਂ ਵੀ ਇਹ 9 ਦਰਵਾਜ਼ੇ ਕਿੱਦਾਂ ਤੁਸੀਂ ਕਰਨੇ ਨੇ। ਇਹ ਦਰਵਾਜ਼ਿਆਂ ਦੇ ਵਿੱਚ ਬਹੁਤੀਆਂ ਚੀਜ਼ਾਂ ਉਹੀ ਪਈਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਣ। ਸਾਡੀ ਆਤਮਾ ਜਿੱਦਾਂ ਜਿੱਦਾਂ ਬਲਵਾਨ ਹੁੰਦੀ ਜਾਂਦੀ ਆ, ਉਦਾਂ ਉਦਾਂ ਇਹ ਵੀ ਬਲਵਾਨ ਹੁੰਦੇ ਜਾਂਦੇ ਨੇ, ਆਤਮਾ ਨੂੰ ਪ੍ਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ 9 ਦਰਵਾਜ਼ੇ ਜਿਹੜੇ ਨੇ, ਇਹਨਾਂ ਨੂੰ ਜਿਹੜਾ ਜੀਵ ਪਾਰ ਕਰ ਲੈਂਦਾ ਉਹ 10ਵੇਂ ਤੇ ਪਹੁੰਚ ਗਿਆ, ਨਿਜ ਘਰ ਦੇ ਵਿੱਚ ਅਸਲੀ ਟਿਕਾਣੇ ਦੇ ਉੱਤੇ ਪਹੁੰਚ ਗਿਆ। ਉਹ ਹੈ ਭਾਈ ਮੁਕਤ ਦੁਆਰਾ, 10ਵਾਂ ਦੁਆਰ, ਜਿੱਥੇ ਅਨਹਦ ਇੱਕ ਸ਼ਬਦ ਇੱਕ ਟਕਾ ਦੇ ਵਿੱਚ, ਉਹ ਸ਼ਬਦ ਜਿਹਦੀ ਹੱਦ ਸੀਮਾ ਕੋਈ ਨਹੀਂ, ਉਹ ਹਰ ਵੇਲੇ ਉਸ ਸ਼ਬਦ ਨੂੰ ਨਿਰੰਕਾਰ ਦੀ ਕਿਰਪਾ ਦੇ ਨਾਲ ਉਹਦੇ ਨਾਲ ਮਗਨ ਹੋ ਜਾਂਦਾ ਹੈ।
ਉਹ ਸੁਣਦਾ ਹੈ ਔਰ ਪ੍ਰੇਮ ਕਰਦਾ ਹੈ, ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ। ਉਹ ਸੱਚਾ ਸਾਹਿਬ ਵਾਹਿਗੁਰੂ ਹੈ ਤੇ ਸੱਚਾ ਹੀ ਉਸ ਦਾ ਨਾਮ ਹੈ। ਗੁਰੂ ਦੀ ਕਿਰਪਾ ਦੇ ਨਾਲ ਇਹ ਮਨ ਦੇ ਵਿੱਚ ਆਣ ਕੇ ਵਸਦਾ ਹੈ। ਅਨ ਦਿਨ ਸਦਾ ਰਹਿ ਰੰਗ ਰਾਤਾ, ਦਰ ਸੱਚੇ ਸੋਜੀ ਪਾਵਣਿਆ। ਦਿਨ ਰਾਤ ਇਸ ਤਰ੍ਹਾਂ ਦਾ ਪਿਆਰਾ ਜਿਹੜਾ ਨਾਮ ਦੇ ਨਾਲ ਰੰਗ ਜਾਂਦਾ, ਦਿਨ ਰਾਤ ਵਿਸਰਦਾ ਉਹ ਪ੍ਰੀਤਮ ਦੇ ਨਾਮ ਦੇ ਵਿੱਚ, ਹੋਰ ਉਸ ਦੀ ਵਡਿਆਈ ਦੇ ਵਿੱਚ ਲੱਗਾ ਰਹਿੰਦਾ। ਆਨੰਦ ਆਉਣਾ ਸ਼ੁਰੂ ਹੋ ਗਿਆ, ਅੰਮ੍ਰਿਤ ਪ੍ਰਗਟ ਹੋ ਗਿਆ ਅੰਦਰ, ਨਾਮ ਪ੍ਰਗਟ ਹੋ ਗਿਆ ਅੰਦਰ, ਉਸ ਨੂੰ ਉਸ ਦਾ ਬੜਾ ਆਨੰਦ ਆਉਣਾ ਸ਼ੁਰੂ ਹੋ ਗਿਆ। ਤੇ ਦਰ ਸੱਚੇ ਸੋਝੀ ਪਾਵਣਿਆ, ਫਿਰ ਸੱਚੇ ਦਰ ਦੀ ਉਹਨੂੰ ਸੋਝੀ ਮਿਲ ਜਾਂਦੀ ਹੈ, ਮੁਕਤੀ ਦੇ ਦਰ ਦੀ ਉਹਨੂੰ ਸੋਝੀ ਮਿਲ ਜਾਂਦੀ ਹੈ, 10ਵੇਂ ਦੁਆਰ ਦੀ ਉਸ ਨੂੰ ਸੋਝੀ ਮਿਲ ਜਾਂਦੀ ਹੈ। ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੇ ਲਾਗੀ ਪਰਮ ਭੁਲਾਣੀ। ਪਰ ਮਨਮੁਖ ਜਿਹੜੇ ਨੇ ਉਹਨਾਂ ਨੂੰ ਨਾ ਪਾਪ ਦਾ ਗਿਆਨ ਹੈ ਨਾ ਪੁੰਨ ਦਾ ਗਿਆਨ ਹੈ, ਉਹਨਾਂ ਨੇ ਕੋਈ ਖਬਰ ਹੀ ਨਹੀਂ ਉਹਨਾਂ ਨੂੰ ਦੋਨਾਂ ਚੀਜ਼ਾਂ ਬਾਰੇ। ਪਾਪ ਹੀ ਪਾਪ ਕਰੀ ਜਾਂਦੇ ਨੇ ਇੱਥੇ, ਦੂਜੇ ਲਾਗੇ ਭਰਮ ਭੁਲਾਣੀ। ਵਾਹਿਗੁਰੂ ਤੋਂ ਇਲਾਵਾ ਮਤ ਨੂੰ ਆਪਣੀ ਭਰਮਾਂ ਦੇ ਵਿੱਚ ਪਾਈ ਹੋਈ ਹੈ, ਚਿੰਤਾ ਦੇ ਰੋਗ ਲੱਗੇ ਹੋਏ ਨੇ। ਸੋ ਇਸ ਕਰਕੇ ਉਹ ਇੱਥੇ ਭਰਮਾਂ ਦੇ ਵਿੱਚ ਭੁੱਲੀ ਫਿਰਦੀ ਹੈ, ਚਿੰਤਾ ਦੇ ਵਿੱਚ ਹਰ ਵੇਲੇ ਜੀਵਨ ਜਿਹੜਾ ਗ੍ਰਸਤ ਹੋਇਆ ਰਹਿੰਦਾ ਹੈ। ਤੇ ਇਸ ਕਰਕੇ ਉਹ ਭਰਮ ਭੁਲਾਣੀ, ਉਹਦੇ ਭਰਮ ਹੀ ਨਹੀਂ ਖਤਮ ਹੁੰਦੇ ਅੰਦਰ, ਸਦਾ ਹੀ ਆ ਹੋਊ ਕਿ ਨਹੀਂ ਹੋਊਗਾ, ਆ ਮਿਲੂ ਕਿ ਨਹੀਂ ਮਿਲੂ, ਇਸੇ ਤਰ੍ਹਾਂ ਕਰਦਾ ਕਰਦਾ ਜੀਵਨ ਦਾ ਸਮਾਂ ਉਸ ਦਾ ਖਤਮ ਹੋ ਜਾਂਦਾ ਹੈ। ਅਗਿਆਨੀ ਅੰਧਾ ਮਗ ਨ ਜਾਣੈ, ਫਿਰ ਆਵਣ ਜਾਵਣਿਆ। ਗਿਆਨ ਤੋਂ ਅੰਨਾ, ਨੇਤਰਹੀਣ ਪ੍ਰਾਣੀ, ਅੰਧਾ ਜਿਹਨੂੰ ਅਗਿਆਨੀ ਜਿਹੜਾ ਹੈ, ਉਸ ਨੂੰ ਪਰਮਾਤਮਾ ਦਾ ਮੱਗ ਕਹਿੰਦੇ ਨੇ ਰਾਸਤੇ ਨੂੰ। ਉਹਨੂੰ ਪਰਮਾਤਮਾ ਦੇ ਰਾਸਤਾ ਦਾ ਕੋਈ ਗਿਆਨ ਨਹੀਂ, ਨਾ ਹੀ ਉਦੋਂ ਤੇ ਰਾਸਤੇ ਦੇ ਉੱਤੇ ਤੁਰਦਾ, ਨਾ ਹੀ ਉਹ ਰਾਸਤੇ ਬਾਰੇ ਕਿਸੇ ਦੇ ਕੋਲੋਂ ਗਿਆਨ ਲੈਂਦੇ। ਕਹਿੰਦੇ ਇਦਾਂ ਦੇ ਜਿਹੜੇ ਸੰਸਾਰ ਦੇ ਉੱਤੇ ਆਏ ਹੋਏ ਜੀਵ ਨੇ, ਉਹਨਾਂ ਦਾ ਆਉਣਾ ਜਾਣਾ ਭਟਕਣਾ ਜਿਹੜਾ ਹੈ ਸਦਾ ਬਣਿਆ ਰਹਿੰਦਾ ਹੈ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕ ਰਹਾਇਆ। ਸੋ ਗੁਰਮੁਖੋ ਵਾਹਿਗੁਰੂ ਜੀ ਕਹਿੰਦੇ ਨੇ, ਨਿਰੰਕਾਰ ਜੀ ਕਹਿੰਦੇ ਨੇ ਵੀ ਗੁਰ ਸੇਵਾ ਤੇ ਸਦਾ ਸੁਖ ਪਾਇਆ। ਗੁਰੂ ਦੀ ਬੰਦਗੀ ਕਰਨ ਦੇ ਨਾਲ ਹੀ ਸਦਾ ਸੁਖ ਭਾਈ ਪ੍ਰਾਪਤ ਹੁੰਦਾ ਵਾਹਿਗੁਰੂ ਦੇ ਕੋਲੋਂ। ਹਉਮੈ ਮੇਰਾ ਠਾਕ ਰਹਾਇਆ, ਜਿਹੜਾ ਮੇਰਾ ਹਉਮੈ ਆ, ਜਿਹੜਾ ਸਾਨੂੰ ਸੁਖ ਲੈਣ ਹੀ ਨਹੀਂ ਦਿੰਦਾ ਹੈ, ਸਾਰਾ ਕੁਝ ਹਉਮੈ ਦੇ ਅਧੀਨ ਜਿਹੜੇ ਐਸੇ ਤੱਤ ਨੇ ਜਿਹੜੇ ਸਾਨੂੰ ਪਰਮਾਤਮਾ ਤੋਂ ਦੂਰ ਲੈ ਕੇ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਹਉਮੈ ਦੇ ਉੱਤੇ ਠੋਕ ਕਹਿੰਦੇ ਨੇ ਰੋਕ ਲਾ ਦਿੱਤੀ, ਉਸ ਨੂੰ ਬੰਨ੍ਹ ਦਿੱਤਾ। ਜਿਸ ਕਰਕੇ ਬੰਨ੍ਹ ਕੇ ਉਸ ਨੂੰ ਰੱਖ ਲਿਆ ਤੇ ਫਿਰ ਸਾਨੂੰ ਸਾਰੇ ਸੁਖ ਪ੍ਰਾਪਤ ਹੋ ਗਿਆ ਉਹਦੀ ਸੇਵਾ ਤੋਂ, ਨਿਰੰਕਾਰ ਵਾਹਿਗੁਰੂ ਦੀ ਤੋਂ। ਗੁਰ ਸਾਖੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁਲਾਵਣਿਆ। ਵਾਹਿਗੁਰੂ ਗੁਰ ਸਾਖੀ, ਗੁਰੂ ਦੀ ਗਿਆਨ ਦੀ, ਗੁਰੂ ਦੀ ਕਿਰਪਾ, ਗੁਰਪੁਰ ਦੀ ਕਿਰਪਾ ਦੇ ਨਾਲ, ਗਿਆਨ ਦੇ ਨਾਲ ਸਾਡੇ ਅੰਦਰਲਾ ਹਨੇਰਾ ਖਤਮ ਹੋ ਜਾਂਦਾ ਭਾਈ। ਤੇ ਜਿਹੜੇ ਬੱਜਰ ਕਪਟ ਨੇ, ਬੱਜਰ ਕਪਾਟ, ਕਪਾਟ ਕਹਿੰਦੇ ਨੇ ਤਖਤੇ, ਉਹ ਇਹ ਵੀ ਮਹਾਰਾਜ ਨੇ 5 ਤਖਤਿਆਂ ਦੀ ਗੱਲ ਕੀਤੀ ਹੈ। ਉਹ 5 ਤਖਤਿਆਂ ਤੋਂ ਬਾਅਦ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਜਾ ਕੇ ਉਹ ਤਖਤੇ ਖੋਲ੍ਹਦੇ ਨੇ, ਜਿਹੜੇ ਤਖਤਿਆਂ ਦੇ ਵਿੱਚ ਜਾਂ ਜਿਸ ਅੰਦਰ ਦੇ ਵਿੱਚ ਉਹ ਵਾਹਿਗੁਰੂ ਪ੍ਰੀਤਮ ਆਪ ਬੈਠਾ ਹੈ। ਸੋ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਅਗਿਆਨ ਦਾ ਅੰਧੇਰਾ ਜਿਹੜਾ ਉਹ ਖਤਮ ਹੋ ਗਿਆ। ਚਾਨਣਾ ਹੋਣ ਕਾਰਨ ਕਰਕੇ ਮੈਨੂੰ ਸਤਿਗੁਰ ਦਾ ਸੱਚਾ ਮਾਰਗ ਲੱਗ ਪਿਆ, ਤੇ ਇਸ ਕਾਰਨ ਕਰਕੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਰਸਤਾ, ਉਸ ਅਕਾਲ ਪੁਰਖ ਦਾ ਦਰ ਜਿਹੜਾ ਸੀ ਮੇਰੇ ਵਾਸਤੇ ਖੁੱਲ ਗਿਆ। ਹਉਮੈ ਮਾਰ ਮਨ ਵਸਾਇਆ, ਗੁਰ ਚਰਣੀ ਸਦਾ ਚਿਤ ਲਾਇਆ। ਉਸ ਤਰ੍ਹਾਂ ਦੇ ਪਿਆਰਿਆਂ ਨੇ ਹਉਮੈ ਨੂੰ ਮਾਰ ਕੇ ਪ੍ਰੀਤਮ ਨੂੰ ਮਨ ਦੇ ਵਿੱਚ ਵਸਾ ਲਿਆ, ਨਾਮ ਨੂੰ ਮਨ ਦੇ ਵਿੱਚ ਵਸਾ ਲਿਆ, ਤੇ ਗੁਰੂ ਦੇ ਚਰਨਾਂ ਦੇ ਨਾਲ, ਗੁਰੂ ਦੇ ਚਰਨ ਫਿਰ ਨਾਮ ਹੈ, ਬੰਦਗੀ ਹੈ, ਸੇਵਾ ਹੈ, ਸਦਾ ਹੀ ਉਹਨਾਂ ਨੇ ਆਪਣੇ ਮਨ ਨੂੰ ਜੋੜ ਕੇ ਰੱਖਿਆ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਤੇ ਆਵਣਿਆ। ਗੁਰੂ ਦੀ ਕਿਰਪਾ ਦੇ ਨਾਲ ਮਨ ਵੀ ਨਿਰਮਲ ਤੇ ਤਨ ਵੀ ਨਿਰਮਲ, ਹੁਣ ਵਿਕਾਰ ਖਤਮ ਹੋ ਗਿਆ। ਕਾਰਨ ਨਿਰਮਲ ਨਾਮ ਤੇ ਆਵਣਾ, ਉਹ ਨਿਰਮਲ ਉੱਚਾ ਸੁੱਚੇ ਨਾਮ ਦੀ ਅਸੀਂ ਹਰ ਵੇਲੇ ਧਿਆਉਣਾ ਕੀਤਾ, ਬੰਦਗੀ ਕੀਤੀ। ਜੀਵਨ ਮਰਣਾ ਸਭ ਤੁਧੈ ਤਾਈ, ਜਿਸ ਬਖਸ਼ੇ
ਤਿਸ ਦੇ ਵਡਿਆਈ। ਇਹ ਵਾਹਿਗੁਰੂ ਜੀਵਨ ਤੇ ਮਰਨਾ ਸਭ ਕੁਝ ਤੁਹਾਡੇ ਤੱਕ ਹੀ ਆ, ਤੁਹਾਡੇ ਹੱਥ ਦੇ ਵਿੱਚ ਹੀ ਆ, ਤੁਹਾਡੇ ਗੋਚਰੇ ਹੈ। ਇਹ ਤੁਹਾਡਾ ਸਭ ਕੁਝ ਤੁਹਾਡੇ ਹੁਕਮ ਦੇ ਵਿੱਚ ਹੈ। ਜਿਸ ਵਕਤ ਤੇ ਤਿਸ ਦੇ ਵਡਿਆਈ, ਜਿਨ੍ਹਾਂ ਨੂੰ ਆਪ ਬਖਸ਼ ਲੈਂਦੇ ਹੋ, ਕਿਰਪਾ ਕਰਦੇ ਨੇ, ਉਹਨਾਂ ਨੂੰ ਸੰਸਾਰ ਦੇ ਉੱਤੇ ਵਡਿਆਈਆਂ ਬਖਸ਼ ਦਿੰਦੇ ਹੋ। ਨਾਨਕ ਨਾਮ ਤੇ ਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਨਿਰੰਕਾਰ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆ ਸਾਨੂੰ ਗਿਆਨ ਦਿੰਦੇ ਨੇ ਕਿ ਹਰ ਵੇਲੇ ਤੂੰ ਨਾਮ ਤੇ ਆ, ਹਰ ਵੇਲੇ ਉਸ ਪ੍ਰੀਤਮ ਨੂੰ ਯਾਦ ਰੱਖ ਤੇ ਤੂੰ ਆਪਣੇ ਜੰਮਣ ਤੇ ਮਰਨ ਨੂੰ ਸਵਾਰ ਨਵੇਂਗਾ। ਸਵਾਰਨ ਦਾ ਮਤਲਬ ਹੈ ਖਤਮ ਕਰ ਲਵੇਂਗਾ। ਮਾਜ ਮਹਿਲਾ ਤੀਜਾ, ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਬਿਨ ਤਕੜੀ ਤੋਲੇ ਸੰਸਾਰਾ। ਵਾਹਿਗੁਰੂ ਪ੍ਰਭੂ ਇਸ ਤਰ੍ਹਾਂ ਦਾ ਹੈ, ਉਹ ਨਿਰਮਲ ਹੈ, ਜਿਹੜਾ ਸ਼ੁੱਧ ਸਰੂਪ ਹੈ, ਜਿਸ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਮੈਲ ਦਾ ਦਾਗ ਨਹੀਂ, ਕਿਸੇ ਵੀ ਚੀਜ਼ ਦੇ ਉਹ ਅਧੀਨ ਨਹੀਂ। ਉਹ ਅਗੰਮ ਹੈ, ਕਿਸੇ ਵੀ ਡਰ ਦੇ ਅਧੀਨ ਨਹੀਂ, ਖੌਫ ਨਹੀਂ ਉਹਨੂੰ, ਖੌਫ ਤੋਂ ਰਹਿਤ ਹੈ, ਅਪਾਰਾ ਬੇਅੰਤ ਗੁਣਾ ਵਾਲਾ ਹੈ। ਇਹ ਸਤਿਗੁਰ ਦੀ ਵਡਿਆਈ ਕੀਤੀ ਗਈ। ਪਹਿਲਾਂ ਕਹਿੰਦੇ ਫਿਰ ਕੀ ਕਹਿੰਦੇ ਨੇ, ਬਿਨ ਤਕੜੀ ਤੋਲੇ ਸੰਸਾਰਾ, ਕਹਿੰਦੇ ਉਹਨਾਂ ਦੇ ਵਿੱਚ ਤੂੰ ਏਡੇ ਸਮਰੱਥ ਨੇ, ਤਕੜੀ ਤੋਂ ਬਗੈਰ ਹੀ ਹਰ ਇੱਕ ਨੂੰ ਪਰਖ ਲੈਂਦੇ ਹਨ। ਗੁਰਮੁਖ ਹੋਵੇ ਸੋਈ ਬੂਝੈ, ਗੁਣ ਕੈ ਗੁਣੀ ਸਮਾਵਣਿਆ। ਜਿਹੜੇ ਇਸ ਤਰ੍ਹਾਂ ਗੁਰੂ ਨਿਰੰਕਾਰ ਨੂੰ ਪਹਿਚਾਣ ਲੈਂਦੇ ਨੇ, ਗੁਰਮੁਖ ਹੋਵੇ ਸੋਈ ਬੂਝੇ, ਉਸ ਨੂੰ ਇਹ ਗਿਆਨ ਨਿਰੰਕਾਰ ਕਿਰਪਾ ਕਰਕੇ ਦਿੰਦੇ ਨੇ। ਗੁਣ ਕੈ ਗੁਣੀ ਸਮਾਵਣਿਆ, ਗੁਰੂ ਦੇ ਗੁਣ ਕਹਿ ਕਹਿ ਕੇ, ਪ੍ਰਮਾਤਮਾ ਦੇ ਗੁਣਾਂ ਦੀ ਸਿਫਤ ਕਰ ਕਰਕੇ ਅੰਤ ਨੂੰ ਉਹ ਗੁਣਾਂ ਦੇ ਵਿੱਚ ਹੀ ਅਭੇਦ ਹੋ ਜਾਂਦੇ ਨੇ। ਇੱਥੇ ਦਾ ਮਤਲਬ ਵੀ ਜਦੋਂ ਅਸੀਂ ਨਾਮ ਜਪਦੇ ਹਾਂ, ਗੁਰੂ ਜੀ ਕਹਿੰਦੇ ਨੇ ਵੀ ਨਾਮ ਜਪਦੇ ਜਪਦੇ ਤੁਸੀਂ ਨਾਮ ਦੇ ਵਿੱਚ ਹੀ ਅਭੇਦ ਹੋ ਜਾਓਗੇ। ਉਹ ਨਾਮ ਦੀ ਕਿਰਪਾ ਦੇ ਨਾਲ ਤੁਸੀਂ ਪ੍ਰਮਾਤਮਾ ਦੇ ਵਿੱਚ ਵੀ ਅਭੇਦ ਹੋ ਜਾਵੋਗੇ, ਤੁਹਾਡਾ ਜੰਮਣ ਮਰਨ ਖਤਮ ਹੋ ਜੂ। ਹਉ ਵਾਰੀ ਜਿਉ ਵਾਰੀ, ਹਰ ਕਾ ਨਾਮ ਮਨ ਵਸਾਵਣਿਆ। ਮੈਂ ਬਲਿਹਾਰੇ ਜਾਵਾਂ ਉਹਨਾਂ ਗੁਰਮੁਖ ਪਿਆਰਿਆਂ ਦੇ ਕੋਲੋਂ, ਵਾਰ-ਵਾਰ ਉਹਨਾਂ ਦੇ ਉੱਤੋਂ ਦੇ ਮੈਂ ਵਾਰਨੇ ਜਾਵਾਂ ਕਰਾਂ ਆਪਣੇ ਆਪ ਨੂੰ, ਜਿਨ੍ਹਾਂ ਨੇ ਹਰੀ ਦੇ ਨਾਮ ਨੂੰ, ਪ੍ਰੀਤਮ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲਿਆ ਹੈ। ਜੋ ਸੱਚ ਲਾਗੇ ਸੇ ਅਨ ਦਿਨ ਜਾਗੇ, ਦਰ ਸੱਚੇ ਸੋਭਾ ਪਾਵਣਿਆ। ਜੋ ਸੱਚ ਲਾਗੇ, ਜਿਹੜੇ ਸੱਚੇ ਨਾਮ ਦੇ ਨਾਲ ਜੁੜ ਗਏ, ਸੇ ਅਨੰਤ ਨੇ ਜਾਗੇ, ਉਹ ਦਿਨ ਰਾਤ ਉਸ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਸੁਚੇਤ ਰਹਿੰਦੇ ਨੇ। ਹਰ ਵੇਲੇ ਫੇਰ ਜਿਹੜਾ ਵਿਕਾਰ ਹੈ ਕੋਈ, ਉਹਨੂੰ ਲਾਗੇ ਨਹੀਂ ਆਉਣ ਦਿੰਦੇ, ਉਸ ਨੂੰ ਖਤਮ ਕਰ ਦਿੰਦੇ ਨੇ। ਇਸ ਤਰ੍ਹਾਂ ਦੇ ਜਿਹੜੇ ਜੀਵ ਹੁੰਦੇ ਨੇ, ਉਹ ਸੱਚੇ ਦਰ ਦੇ ਵਿੱਚ, ਉਹ ਪ੍ਰੀਤਮ ਦੇ ਦਰ ਦੇ ਵਿੱਚ, ਘਰ ਦੇ ਵਿੱਚ ਸ਼ੋਭਾ ਪਾਉਂਦੇ ਹਨ। ਰਹਾਉ ਆਪ ਸੁਣੈ ਤੈ ਆਪੇ ਵੇਖੈ, ਜਿਸਨੋ ਨਦਰ ਕਰੇ ਸੋਈ ਜਨ ਲੇਖੈ। ਆਪ ਹੀ ਉਹ ਵਾਹਿਗੁਰੂ ਸਾਰੇ ਜੀਵਾਂ ਦੀਆਂ ਗੱਲਾਂ ਸੁਣਦਾ ਹੈ ਤੇ ਆਪ ਹੀ ਉਹਨਾਂ ਸਾਰਿਆਂ ਨੂੰ ਵੇਖ ਰਿਹਾ ਹੈ। ਹਰ ਇੱਕ ਨੂੰ ਦੇਖਣ ਡਿਆ ਆ, ਹਰ ਵੇਲੇ ਦੇਖਣ ਡਿਆ। ਨਿਰੰਕਾਰ ਦੂਤ ਆਪਣੇ ਉਸਨੇ ਭੇਜੇ ਹੋਏ ਨੇ, ਜਿਹੜੇ ਸਾਨੂੰ ਜੋ ਅਸੀਂ ਬਚਨ ਕਰਦੇ ਆ ਮਾੜਾ ਚੰਗਾ ਉਹ ਵੀ ਸੁਣਦੇ ਨੇ ਤੇ ਸਾਨੂੰ ਵੀ ਦੇਖਦੇ। ਜਿਸ ਨੂੰ ਨਦਰ ਕਰੇ ਸੋਈ ਜਨ ਲੇਖੇ, ਜਿਨ੍ਹਾਂ ਦੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਮਿਹਰ ਕਰ ਦਿੰਦੇ ਨੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਲੇਖੇ ਜੋਖੇ ਸਾਰੇ ਖਤਮ ਕਰ ਦਿੰਦੇ ਹਨ। ਆਪੇ ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾਵਣਿਆ। ਜਿਹਦੇ ਉੱਤੇ ਆਪ ਕਿਰਪਾ ਕਰਦੇ ਨੇ, ਉਹੀ ਇਸ ਵੱਲ ਨੂੰ ਲੱਗਦਾ ਹੈ, ਉਹੀ ਇਹਦੋਂ ਗਿਆਨ ਦੇ ਉੱਤੇ ਤੁਰਦਾ ਹੈ, ਉਹੀ ਸੱਚ ਨਾਮ ਨੂੰ ਕਮਾਉਂਦਾ ਹੈ। ਗੁਰਮੁਖ ਸੱਚ ਕਮਾਵਣਿਆ, ਉਹ ਫਿਰ ਗੁਰਮੁਖ ਬਣ ਜਾਂਦੇ ਨੇ, ਸਦਾ ਸੱਚ ਵਾਲਾ ਜੀਵਨ ਬਤੀਤ ਕਰਦੇ ਨੇ। ਸੱਚੇ ਨਾਮ ਦੇ ਨਾਲ ਉਹਨਾਂ ਦੀ ਅਟੁੱਟ ਪ੍ਰੀਤੀ ਪੈ ਜਾਂਦੀ ਨੇ ਤੇ ਉਹ ਸੱਚੇ ਨਾਮ ਨੂੰ ਹੀ ਹਰ ਵੇਲੇ ਕਮਾਉਂਦੇ ਹਨ। ਜਿਸ ਆਪ ਭੁਲਾਏ ਸੋ ਕਿੱਥੈ ਹੱਥ ਪਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਵਾਹਿਗੁਰੂ ਜਿਨ੍ਹਾਂ ਨੂੰ ਆਪ ਹੀ ਭੁਲਾਉਣਾ ਚਾਹੁੰਦੇ ਹੋ ਤਾਂ ਉਹ ਭੁੱਲੇ ਫਿਰਦੇ ਨੇ, ਉਹ ਵੀ ਹੁਣ ਕਿੱਥੇ ਹੱਥ ਪਾਉਣ। ਇਹ ਤਾਂ ਜਿਹੜੇ ਪਿਛਲੇ ਉਹਨਾਂ ਦੇ ਕਰਮ ਲਿਖੇ ਹੋਏ ਸੀ ਤੁਸੀਂ ਮੱਥੇ ਦੇ ਉੱਤੇ, ਉਹ ਪਹਿਚਾਣ ਨਹੀਂ ਸਕੇ ਤੇ ਨਾ ਹੀ ਉਹ ਮੇਟ ਸਕੇ। ਜਿਨ ਸਤਿਗੁਰ ਮਿਲਿਆ ਸੇ ਵੱਡ ਭਾਗੀ, ਪੂਰੇ ਕਰਮ ਮਿਲਾਵਣਿਆ। ਜਿਨ੍ਹਾਂ ਨੇ ਪੂਰੇ ਕਰਮਾਂ ਨੂੰ ਪਹਿਚਾਣ ਲਿਆ, ਸਤਿਗੁਰ ਆਪ ਨੇ ਰਹਿਮਤ ਕਰ ਦਿੱਤੀ, ਉਹਨਾਂ ਨੂੰ ਸਤਿਗੁਰੂ ਜੀ ਆਪ ਮਿਲ ਪਏ ਤੇ ਉਹ ਜਨ ਵੱਡ ਭਾਗੀ ਪੁਰਸ਼ ਹੋ ਗਏ। ਪਈ ਅੜੇ ਤਨ ਅਨ ਦਿਨ ਸੁਤੀ, ਕੰਤ ਵਿਸਾਰੀ ਅਵਗਣ ਮੁੱਤੀ। ਪੇਕੇ ਘਰ ਦੇ ਵਿੱਚ ਪੇਕੇ ਘਰ ਦੇ ਵਿੱਚ ਆਤਮਾ ਇਸਤਰੀ ਰੂਪੀ ਮਾਤ ਲੋਕ ਦੇ ਵਿੱਚ ਉਹ ਮਾਇਆ ਦੇ
ਜਿਹੜੇ ਵਿਕਾਰੀ ਤੱਤ ਸਨ ਉਹਨਾਂ ਦੇ ਵਿੱਚ ਸੁੱਤੀ ਰਹੀ। ਪਰ ਉਸ ਨੇ ਕਦੀ ਵੀ ਆਪਣੇ ਪਤੀ ਨੂੰ ਉਹ ਸੋਚਿਆ ਹੀ ਨਹੀਂ, ਪ੍ਰਮਾਤਮਾ ਦਾ ਗਿਆਨ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹਨੂੰ ਵਿਸਾਰ ਦਿੱਤਾ। ਮਨਮੁਖਾਂ ਵਾਲਾ ਜੀਵਨ, ਅਵਗਣ ਮੁਕਤੀ। ਫਿਰ ਕੀ ਕਹਿੰਦੇ ਨੇ, ਉਹ ਅਵਗਣਾ ਕਾਰਨ ਕਰਕੇ ਇਥੋਂ ਬੜਾ ਦੁੱਖ ਪਾਉਂਦੀ ਹੈ। ਤੇ ਇਸ ਕਾਰਨ ਕਰਕੇ ਉਹ ਅਵਗਣ ਮੁਕਤੀ ਦਾ ਮਤਲਬ ਹੁੰਦਾ ਹੈ ਵੀ ਉਹ ਛੁੱਟੀ ਹੋਈ ਹੈ, ਉਸ ਨੂੰ ਨਾ ਇੱਥੇ ਟਿਕਾ ਤੇ ਨਾ ਹੀ ਅਗਾਂਹ ਜਗ੍ਹਾ ਕੋਈ ਪ੍ਰਾਪਤ ਹੋਣੀ ਹੈ। ਅਨਦਿਨ ਸਦਾ ਫਿਰੇ ਬਿਲ ਲਾਦੀ, ਬਿਨ ਫਿਰ ਨੀਂਦ ਨ ਪਾਵਣਿਆ। ਹੁਣ ਅਵਗਣ ਮੁਕਤੀ ਦਾ ਮਤਲਬ ਉਹ ਵੀ ਹੁੰਦਾ ਜਿਹੜੀ ਇੱਕ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਘਰਾਂ ਦੇ ਵਿੱਚ ਤੁਰੀ ਫਿਰਦੀ ਹੋਵੇ। ਹੁਣ ਤੁਸੀਂ ਸਮਝ ਗਏ ਮੇਰੀ ਗੱਲ ਨੂੰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਦਿਨ ਰਾਤ ਵੀ ਸਦਾ ਹੀ ਬਿਲ ਲਾਦੀ, ਫਿਰੇ ਬਿਲ ਲਾਦੀ, ਵਿਰਲਾਪ ਕਰਦੀ ਫਿਰਦੀ ਆ, ਕਿਉਂਕਿ ਆਪਣੇ ਪਤੀ ਦੇ ਨਾਲ ਤਾਂ ਉਹਦੇ ਹੁਕਮ ਦੇ ਵਿੱਚ ਤਾਂ ਉਹ ਆਈ ਨਹੀਂ। ਪਤੀ ਤੋਂ ਬਿਨਾਂ ਹੋਣ ਕਾਰਨ ਕਰਕੇ ਸਹੀ ਆਪਣੇ ਪਤੀ ਨੂੰ ਛੱਡ ਚੁੱਕੀ ਪਹਿਲਾਂ ਉਹ, ਤੇ ਘਰ ਘਰ ਤੁਰੀ ਫਿਰਦੀ ਆ। ਤੇ ਹੁਣ ਕੀ ਹੋ ਰਹੀ ਆ, ਉਹ ਬੜੀ ਦੁਖੀ ਹੋਈ ਫਿਰਦੀ ਆ, ਬੜਾ ਦੁੱਖ ਕਰਦੀ ਆ। ਤੇ ਪਤੀ ਨਾ ਹੋਣ ਕਰਕੇ ਦਿਨ ਰਾਤ ਉਹਨੂੰ ਨੀਂਦ ਵੀ ਨਹੀਂ ਪੈਂਦੀ। ਪੇੜੇ ਸੁਖ ਦਾਤਾ ਜਾਤਾ, ਹਉਮੈ ਮਾਰ ਗੁਰ ਸ਼ਬਦ ਪਛਾਤਾ। ਮਾਤ ਲੋਕ ਦੇ ਵਿੱਚ ਰਹਿੰਦੀ ਇੱਕ ਸਾਡੀ ਆਤਮਾ। ਅਸੀਂ ਜਦੋਂ ਉਸ ਸੁੱਖਾਂ ਦੇ ਦਾਤੇ ਨੂੰ, ਪਰਮਾਤਮਾ ਨੂੰ, ਪਤੀ ਨੂੰ ਪਛਾਣ ਲੈਂਦੇ ਹਾਂ, ਹਉਮੈ ਮਾਰ ਗੁਰ ਸ਼ਬਦ ਪਛਾਤਾ। ਫਿਰ ਜਿਹੜੀ ਹੰਗਤਾ ਮਮਤਾ ਹੈ, ਇਹ ਹਉਮੈ ਦਾ ਵੱਡਾ ਰੋਗ ਹੈ, ਇਹਨੂੰ ਮਾਰ ਕੇ ਅਸੀਂ ਗੁਰੂ ਦੇ ਸ਼ਬਦ ਨੂੰ ਪਛਾਣ ਲੈਂਦੇ ਹਾਂ। ਸੇਜ ਸੁਹਾਵੀ ਸਦਾ ਪਿਰ ਰਾਵੈ, ਸੱਚ ਸਿੰਗਾਰ ਬਣਾਵਣਿਆ। ਇਸ ਤਰ੍ਹਾਂ ਦੀ ਸੁਹਾਗਣ ਸਦਾ ਹੀ ਆਪਣੇ ਪਤੀ ਪਰਮਾਤਮਾ ਦੀ ਸੇਜ ਦਾ ਆਨੰਦ ਮਾਣਦੀ ਹੈ। ਸਦਾ ਉਹ ਸਤਿਗੁਰ ਦੇ ਹੁਕਮ ਦੇ, ਸਤਿਗੁਰ ਦੇ ਵੱਲੋਂ ਬਖਸ਼ਿਸ਼ ਕੀਤੇ ਹੋਏ ਗਿਆਨ ਦੇ ਗਹਿਣੇ ਬਣਾ ਕੇ ਸਦਾ ਹੀ ਉਸ ਗਹਿਣਿਆਂ ਦੇ ਨਾਲ ਸ਼ਿੰਗਾਰੀ ਹੋਈ ਔਰਤ ਜਿਹੜੀ ਹੈ, ਉਹ ਵੀ ਇੱਥੇ ਸੰਸਾਰ ਦੇ ਉੱਤੇ ਭਾਈ ਇਦੋਂ ਸੰਸਾਰ ਤੇ ਵੀ ਸ਼ੋਭਾ ਪਾਉਂਦੀ ਹੈ। ਲੱਖ 84 ਜੀ ਉਪਾਏ, ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਜਿਹੜੀ ਫੇ ਇੱਥੇ ਆ ਸ਼ੋਭਾ ਪਾਉਂਦੀ ਹੈ, ਉਹਦਾ ਜੀਵਨ ਸਫਲ ਹੋ ਗਿਆ ਭਾਈ, ਕਿਉਂਕਿ ਉਹ ਆਪਣੇ ਪਤੀ ਪਰਮਾਤਮਾ ਦੇ ਹੁਕਮ ਦੇ ਅਧੀਨ ਰਹਿ ਰਹੀ ਹੈ। ਫੇ ਉਹ ਮਹਾਰਾਜ ਦੇ ਬਾਰੇ ਦੱਸ ਰਹੇ ਆ, ਮਹਾਰਾਜ ਜੀ ਵੀ ਜਦੋਂ ਇਸ ਤਰ੍ਹਾਂ ਦਾ ਕੋਈ ਵਿਰਲਾ ਜੁੜ ਜਾਂਦਾ, ਪਰ ਗੁਰੂ ਨੇ 184 ਜੀਵ ਪਾਏ, 84 ਲੱਖ ਜੂਨਾਂ ਬਣਾਈਆਂ। ਪਰ 84 ਲੱਖ ਜੂਨਾਂ ਦੇ ਉੱਤੇ ਜਿਹਦੇ ਉੱਤੇ ਨਦਰ ਕਰਦੇ ਨੇ, ਉਹਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਕਿਲ ਵਿਖ ਕਾਟ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾਵਣਿਆ। ਉਹ ਜਿਹੜੇ ਪੁਰਸ਼ ਨੇ ਉਹ ਪਾਪਾਂ ਨੂੰ ਕੱਟ ਦਿੰਦੇ ਨੇ। ਕਿਲ ਵਿਖ ਹੁੰਦੇ ਆ ਜਿਹੜੇ ਕਿ ਪਾਪ, ਮਾੜੇ ਪਾਪ, ਮਾੜੇ ਕਰਮ, ਉਹਨਾਂ ਨੂੰ ਖਤਮ ਕਰ ਦਿੰਦੇ ਨੇ, ਕੱਟ ਦਿੰਦੇ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ, ਤੇ ਆਪ ਉਹ ਜਨ ਬਣ ਕੇ ਨਿਰਮਲ ਹੋ ਜਾਂਦੇ ਨੇ। ਤੇ ਸੱਚੇ ਦਰ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਨਾਮ ਨੂੰ ਪਹਿਚਾਣ ਕੇ, ਨਾਮ ਦੇ ਨਾਲ ਜੁੜ ਕੇ, ਨਾਮ ਦੇ ਵਿੱਚ ਰੰਗ ਕੇ ਉਹ ਵਾਹਿਗੁਰੂ ਦੇ ਦਰ ਦੇ ਉੱਤੇ ਸੋਹਣੇ ਤੇ ਸ਼ੋਭਾ ਪਾਉਂਦੇ ਹਨ। ਲੇਖਾ ਮੰਗੈ ਤਾਂ ਕਿਨ ਦੀਐ, ਸੁਖ ਨਾਹੀ ਫੁਨ ਦੂਐ ਤੀਐ। ਲੇਖਾ ਮੰਗੇ ਤਾਂ ਕਿਨ ਦੀਐ, ਕੌਣ ਲੇਖਾ ਉਹਨਾਂ ਦਾ ਮੰਗੇਗਾ? ਜਿਸ ਨੇ ਕਰਮ ਹੀ ਇਸ ਤਰ੍ਹਾਂ ਦੇ ਬਣਾ ਲਏ, ਉਹਨਾਂ ਦੇ ਉੱਤੋਂ ਫਿਰ ਉਹਦਾ ਦਾ ਲੇਖਾ ਕਿ ਕੌਣ ਮੰਗੇਗਾ? ਕਿਨ ਦੀਏ, ਕਿਹਨੂੰ ਜਾ ਕੇ ਅਸੀਂ ਜਾ ਕੇ ਲੇਖਾ ਦੇਣਾ? ਸੁਖ ਨਾਹੀ ਫੁਨ ਦੂਏ ਤੀਏ। ਪਰ ਖਿਆਲ ਰੱਖੀ, ਜਿਸ ਵੇਲੇ ਅਸੀਂ ਪ੍ਰਭੂ ਦੇ ਕਰਮਾਂ ਦਾ ਲੇਖਾ ਪ੍ਰਭੂ ਸਾਡਾ ਪ੍ਰੀਤਮ ਵਾਹਿਗੁਰੂ ਜੀ ਸਾਡੇ ਕੋਲੋਂ ਲੇਖਾ ਮੰਗੂ। ਪਹਿਲਾਂ ਆਇਆ ਵੀ ਆਪਾਂ ਕਿਹਨੂੰ ਦੇਣਾ, ਹੁਣ ਵਾਹਿਗੁਰੂ ਕਹਿੰਦੇ ਨੇ ਵੀ ਉਹਨੇ ਲੇਖਾ ਮੰਗੇ ਤਾਂ ਕਿਨ ਦੀਏ। ਤਾਂ ਫਿਰ ਹੁਣ ਦੱਸੋ, ਸਾਨੂੰ ਜਦੋਂ ਲੇਖਾ ਮੰਗੇਗਾ ਸਾਡੇ ਕੋਲੋਂ, ਵਾਹਿਗੁਰੂ ਜੀ ਪੁੱਛਣਗੇ ਭਈ ਤੂੰ ਮਾਤ ਲੋਕ ਦੇ ਉੱਤੇ ਵੀ ਕੀ ਚੰਗਾ ਕੰਮ ਕਰਕੇ ਆਇਆ। ਪਰ ਆਪਾਂ ਤਾਂ ਦੂਏ ਤੀਏ ਖੱਬੇ ਸੱਜੇ ਭੱਜਦੇ ਰਹੇ, ਮਨਮੁਖਾਂ ਵਾਲਾ ਜੀਵਨ ਹੀ ਅਸੀਂ ਬਤੀਤ ਕੀਤਾ। ਫਿਰ ਦੱਸੋ ਵੀ ਆਪਾਂ ਉਹਨਾਂ ਨੂੰ ਕੀ ਦੱਸਾਂਗੇ? ਤੇ ਅਸੀਂ ਮਾਲਕ ਦੇ ਮੂਹਰੇ ਹੱਥ ਜੋੜ ਕੇ ਇਹੀ ਕਹਾਂਗੇ ਵੀ ਸਾਨੂੰ ਸੁੱਖ ਨਾਲ ਸੰਸਾਰ ਤੇ ਮਿਲਿਆ, ਕਿਉਂਕਿ ਅਸੀਂ ਇੱਕ ਦੂਸਰੀ ਜਗ੍ਹਾ ਦੇ ਉੱਤੇ ਇੱਧਰ ਕਦੀ ਇੱਧਰ ਮਾਇਆ ਦੇ ਮਗਰ ਭੱਜਦੇ ਹੀ ਰਹੇ। ਆਪੇ ਬਖਸ਼ ਲਏ ਪ੍ਰਭ ਸਾਚਾ,
ਆਪੇ ਬਖਸ਼ ਮਿਲਾਵਣਿਆ। ਆਪੇ ਬਖਸ਼ ਲਏ ਪ੍ਰਭ ਸਾਚਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੇ ਔਗਣਾਂ ਨੂੰ ਆਪੇ ਬਖਸ਼ ਲੈਂਦੇ ਨੇ। ਸੰਤਨ ਢਾਕ ਲਿਆ ਮੋਹਿ ਪਾਪੀ ਪਰਦਾ। ਵਾਹਿਗੁਰੂ ਨੇ ਸਾਡੇ ਸਾਰੇ ਪਾਪਾਂ ਦੇ ਉੱਤੇ ਪਰਦਾ ਪਾ ਦਿੱਤਾ ਤੇ ਬਖਸ਼ ਕੇ ਫਿਰ ਆਪਣੇ ਨਾਲ ਹੀ ਮਿਲਾ ਲੈਂਦੇ ਨੇ। ਏਡੇ ਸਮਰੱਥ ਨਿਰੰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਨੇ। ਆਪ ਕਰੇ ਤੈ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ। ਵੈਸੇ ਸਾਰੇ ਖੇਡ ਉਹ ਆਪ ਹੀ ਕਰ ਰਿਹਾ ਹੈ ਤੇ ਆਪ ਹੀ ਜੋ ਉਹਨੂੰ ਪਾਉਂਦਾ ਹੈ ਉਹੀ ਕਰਮ ਉਹ ਜੀਵ ਦੇ ਕੋਲੋਂ ਕਮਾਉਂਦਾ ਹੈ। ਉਹੀ ਕਰਮ ਕਰਾਉਂਦਾ ਜੀਵ ਦੇ ਕੋਲੋਂ ਜਿਹੜੇ ਉਹਨੂੰ ਪਾਉਂਦੇ ਨੇ। ਇਹ ਕਿਸੇ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੈ। ਅਸੀਂ ਇੱਥੇ ਤਾਂ ਭਾਈ ਸਾਡੇ ਹੁਕਮ ਦਾ ਕੀ, ਅਸੀਂ ਤਾਂ ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਇਸ ਰੂਪ 'ਚ ਜਾਣੀਏ ਕਿ ਉਹਦੇ ਹੁਕਮ ਤੋਂ ਬਗੈਰ ਤਾਂ ਪਤਾ ਵੀ ਨਹੀਂ ਹੁੰਦਾ। ਸੋ ਜੋ ਕੁਝ ਹੋ ਰਿਹਾ ਉਹ ਮਾਲਕ ਆਪ ਹੀ ਕਰ ਰਿਹਾ, ਉਹਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ। ਪੂਰੇ ਗੁਰ ਕੇ ਸ਼ਬਦ ਮਿਲਾਏ, ਜਿਨ੍ਹਾਂ ਦੇ ਉੱਤੇ ਨਿਰੰਕਾਰ ਕਿਰਪਾ ਕਰ ਦਿੰਦੇ ਨੇ ਉਹ ਪੂਰੇ ਸ਼ਬਦ ਦੇ ਨਾਲ ਰਲ ਜਾਂਦੇ ਨੇ। ਵਾਹਿਗੁਰੂ ਉਹਨਾਂ ਨੂੰ ਸ਼ਬਦ ਦੇ ਵਿੱਚ ਹੀ ਅਭੇਦ ਕਰ ਦਿੰਦੇ ਹਨ। ਨਾਨਕ ਨਾਮ ਮਿਲੇ ਵਡਿਆਈ, ਆਪੇ ਮੇਲ ਮਿਲਾਵਣਿਆ। ਨਿਰੰਕਾਰ ਜੀ ਕਿਰਪਾ ਕਰਦੇ ਨੇ ਕਿ ਨਾਮ ਦੀ ਕਿਰਪਾ ਦੇ ਨਾਲ ਜੀਵ ਨੂੰ ਵਡਿਆਈਆਂ ਮਿਲਦੀਆਂ ਨੇ, ਸੰਸਾਰ ਤੇ ਵੀ ਤੇ ਪਰਲੋਕ ਦੇ ਵਿੱਚ ਵੀ। ਆਪੇ ਮੇਲ ਮਿਲਾਵਣਿਆ, ਆਪੇ ਨਿਰੰਕਾਰ ਵਡਿਆਈਆਂ ਦਿੰਦੇ ਨੇ। ਆਪੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਗੁਰਮੁਖਾਂ ਨੂੰ, ਵਿਰਲਿਆਂ ਨੂੰ, ਸੰਸਾਰ ਦੇ ਸਾਧੂ ਸੰਤਾਂ ਨੂੰ ਆਪਣੇ ਵਿੱਚ ਮਿਲਾ ਲੈਂਦੇ ਹਨ। ਬਸ ਅੱਜ ਇੰਨੀ ਸੇਵਾ ਪ੍ਰਵਾਨ ਕਰਨੀ ਆਪ ਜੀ ਨੇ। ਬਾਣੀ ਪੜ੍ਹਦਿਆਂ ਤੋਂ, ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਣ ਗਾਉਂਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਨਿਰੰਕਾਰ ਕਿਰਪਾ ਕਰੇ ਅੱਜ ਦੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ। ਇਹ ਸੇਵਾ ਜਿਹੜੀ ਹੈ 110 ਅੰਗ ਤੱਕ ਹੋਈ ਹੈ ਭਾਈ। ਹੁਣ ਆਪਾਂ 111ਵੇਂ ਅੰਗ ਤੋਂ ਜਦੋਂ ਮੁਰਲੇ ਅਧਿਆਇ ਦੇ ਵਿੱਚ ਆਪ ਜੀ ਦੀ ਸੇਵਾ ਕਰਾਂਗੇ। ਸੋ ਇਸ ਕਾਰਨ ਕਰਕੇ ਤਾਂ ਅੰਗ ਅਸੀਂ ਦੱਸਦੇ ਹਾਂ ਕਿ ਗੁਰਮੁਖਾਂ ਨੇ ਹੁਕਮ ਲਾਇਆ ਸੀ ਵੀ ਅਸੀਂ ਨਾਲ ਪੋਥੀ ਜਾਂ ਅਸੀਂ ਕੁਝ ਹੋਰ ਰੱਖ ਕੇ ਇਹ ਬਾਣੀ ਨਾਲੇ ਪੜ੍ਹਨੇ ਚਾਹੁੰਦੇ ਹਾਂ, ਨਾਲੇ ਅਸੀਂ ਆਪ ਵੀ ਅਰਥ ਕਰ ਕਰਕੇ ਦੇਖਣਾ ਚਾਹੁੰਦੇ ਹਾਂ। ਪਰ ਮੈਨੂੰ ਇਹ ਪਤਾ ਹੈ, ਮੈਂ ਇਹ ਬਾਰ-ਬਾਰ ਬੇਨਤੀ ਕਰਦਾ, ਜੋ ਅਰਥ ਅਸੀਂ ਕਰਦੇ ਹਾਂ ਇਹ ਸਾਰੇ ਉੱਚੇ ਸੁੱਚੇ ਨਹੀਂ। ਬੜੇ ਵਿਦਵਾਨਾਂ ਨੇ ਬਹੁਤ ਉੱਚੇ ਸੁੱਚੇ ਅਰਥ ਨਿਰੰਕਾਰ ਸੱਚੇ ਪਾਤਸ਼ਾਹ ਦੇ ਕਰ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਪਹਿਲਾਂ ਬਖਸ਼ਿਸ਼ ਕੀਤੇ ਹੋਏ ਨੇ। ਪਰ ਇਹ ਸਾਡੇ ਮਨ ਦਾ ਇੱਕ ਸੰਕਲਪ ਗੁਰੂ ਦੇ ਮੋਹਰੇ ਸੀ, ਅਰਦਾਸ ਕੀਤੀ ਸੀ ਨਨਕਾਣਾ ਸਾਹਿਬ ਸੱਚੇ ਸੌਦੇ ਦੇ ਵਿੱਚ ਜਾ ਕੇ ਵੀ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਕੋਈ ਸੇਵਾ ਐਸੀ ਬਖਸ਼ਿਸ਼ ਕਰੋ ਜਿਹਦੇ ਸੇਵਾ ਦੇ ਨਾਲ ਸਾਨੂੰ ਗੁਰੂ ਕੀ ਸੰਗਤ ਦੀਆਂ ਖੁਸ਼ੀਆਂ ਮਿਲ ਜਾਵਣ, ਸਾਨੂੰ ਆਪ ਜੀ ਦੇ ਕਿਰਪਾ ਦੇ ਨਾਲ ਮੋਖ ਦਾ ਦੁਆਰਾ ਮਿਲ ਜਾਵੇ। ਇਹ ਭਾਈ ਉੱਥੋਂ ਹੀ ਸੱਚੇ ਸੌਦੇ ਵਾਲੇ ਅਸਥਾਨ ਦੇ ਉੱਤੋਂ ਨਿਰੰਕਾਰ ਨੇ ਇਹ ਅਸਲੀ ਸੱਚਾ ਸੌਦਾ ਕਰਨ ਦੀ ਜਾਂਚ ਸਿਖਾਈ। ਉੱਤੇ ਦੋਨਾਂ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਨੇ ਕੁਝ ਬਚਨ ਆਪ ਜੀ ਦੇ ਨਾਲ ਤਾਂ ਨਹੀਂ ਕਰੀਦੇ ਕਿ ਕੋਈ ਲੋਕ ਇਹ ਨਾ ਕਹਿਣਾ ਸ਼ੁਰੂ ਕਰ ਦੇਣ ਵੀ ਆਪਣੀਆਂ ਵਡਿਆਈਆਂ ਕਰਦੇ ਫਿਰਦੇ ਨੇ, ਪਰ ਨਹੀਂ ਬਹੁਤ ਬਖਸ਼ਿਸ਼ਾਂ ਹੋਈਆਂ ਉੱਥੋਂ। ਤਾਂ ਹੀ ਮੈਂ ਸੱਚੇ ਸੌਦੇ ਬਾਰੇ ਇਹ ਬਾਰ-ਬਾਰ ਆਖਦਾ ਹੁੰਦਾ, ਜਦੋਂ ਅਸੀਂ ਪੰਜਾਬ ਪਾਕਿਸਤਾਨ ਜਾਈਏ ਸੱਚੇ ਸੌਦੇ ਦੇ ਦਰਸ਼ਨ ਕਰੀਏ, ਉੱਥੇ 20 ਰੁਪਈਆਂ ਦੇ ਲੰਗਰ ਦੀ ਗੱਲ ਨਾ ਹਰ ਵੇਲੇ ਸੁਣਿਆ ਕਰੋ ਤੇ ਕਰਿਆ ਕਰੋ। ਉੱਥੇ ਇਹ ਕਰਿਆ ਕਰੋ ਕਿ ਤੁਸੀਂ ਜਾ ਕੇ ਅਰਦਾਸ ਕਰੋ, ਨਿਰੰਕਾਰ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਖੜ ਜਾਓ, ਜਨ ਵੜ ਕੇ ਆਖੋ, ਇਹ ਮੇਰੇ ਮਾਲਕ ਅਸੀਂ ਭੁੱਲੇ ਭੱਟ ਕੇ ਤੇਰੇ ਦਰ ਦੇ ਉੱਤੇ ਆਏ ਹਾਂ, ਸਾਡੇ ਉੱਤੇ ਕਿਰਪਾ ਕਰਨ, ਸਾਨੂੰ ਸੱਚਾ ਸੌਦਾ ਕਰਨ ਦੀ ਜਾਂਚ ਸਿਖਾ ਦੇ। ਇਹ ਵਾਹਿਗੁਰੂ ਸਾਡੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਕਰਕੇ ਆਪਣੇ ਨਾਮ ਦਾ ਚਿਰਾਗ ਜਗਾ ਦੇ। ਇਹ ਮਾਲਕ ਅਸੀਂ ਸੱਚਾ ਜੀਵਨ ਇੱਥੇ ਸੰਸਾਰ ਦੇ ਬਤੀਤ ਕਰ ਸਕੀਏ ਤੇਰੀ ਕਿਰਪਾ ਦੇ ਨਾਲ। ਸਮਰੱਥ ਗੁਰੂ ਸਿਰ ਹੱਥ ਧਰਿਓ, ਇਹ ਵਾਹਿਗੁਰੂ ਮੇਰੇ ਸਿਰ ਦੇ ਉੱਤੇ ਹੱਥ ਰੱਖਿਓ। ਜਦੋਂ ਇਹ ਤੁਸੀਂ ਅਰਦਾਸਾਂ ਕਰੋਗੇ, ਉਹ ਯਕੀਨ ਕਰਕੇ ਜਿਹੜਾ ਗੁਰੂ ਨਿਰੰਕਾਰ ਤੁਹਾਡੀ ਬਾਂਹ ਫੜ ਕੇ ਤੁਹਾਨੂੰ ਨਾਮ ਦੇ ਅੰਚਲ ਦੇ ਨਾਲ ਜੋੜ ਕੇ ਤੁਹਾਨੂੰ ਇਹ ਭਵ ਸਾਗਰ ਤੋਂ ਪਾਰ ਕਰ ਲੈਣਗੇ। ਸੋ ਗੁਰੂ ਕਿਰਪਾ ਕਰੇ, ਇਹ ਸੇਵਾ ਸਾਡੀ ਕੀਤੀ ਆਪ ਜੀ ਨੇ ਪ੍ਰਵਾਨ ਕਰ ਲੈਣੀ। ਆਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।